नाज़ दोस्तों, अज असी इकट्ठे होए हाँ पंजाबी बोली नूं दरपेश कुछ मुश्किलां ते कुछ मसले गलबात करन दे लई। जिवें कि आपां नूं पता है कि अगस्त महीने दे विच आस्ट्रेलिया दा सेंसस जिहड़ा कि ओह होना है, जिन्हों मरदमशुमारी आपां कह सकते हैं, ਉਹ 10 ਅਗਸਤ ਤੱਕ ਜਿਹੜੇ ਪੇਪਰ ਫਾਰਮ ਨੇ ਉਸ ਲੋਕਾਂ ਕੋਲ ਪਹੁੰਚ ਜਾਣਗੇ ਤੇ ਉਸ ਤੋਂ ਪਹਿਲਾਂ ਜਿਹੜੇ ਕਿ ਉਹ ਕੁਝ ਜਿਹੜੇ ਰੀਜਨਲ ਏਰੀਆਜ਼ ਨੇ ਉਸ ਤੋਂ ਪਹਿਲਾਂ ਇਹ ਜਿਹੜੀਆਂ ਕਾਰਵਾਈ ਸ਼ੁਰੂ ਹੋ ਜਾਣਗੀ। 28 ਜੁਲਾਈ ਤੋਂ ਸਾਰੀ ਡਿਟੇਲ ਜਿਹੜੀ ਸੈਂਸਸ ਦੇ ਗਵਰਨਮੈਂਟ ਵੈਬਸਾਈਟ ਤੇ ਅਵੇਲੇਬਲ ਹੋਵੇਗੀ। ਭਾਈਚਾਰੇ ਦੇ ਲਈ ਅਹਿਮ ਮਸਲਾ ਜਿਹੜਾ ਕਿ ਅਸੀਂ ਅਕਸਰ ਮੀਡੀਆ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਗੱਲ ਕਰ ਰਹੇ ਹਾਂ, ਉਹ ਹੈ ਕਿ ਆਸਟ੍ਰੇਲੀਆ ਦੀ ਮਲਟੀਕਲਚਰਲ ਸੁਸਾਇਟੀ ਦੇ ਵਿੱਚ ਅਸੀਂ ਜਿਹੜੀ ਇੰਗਲਿਸ਼ ਤੋਂ ਇਲਾਵਾ ਘਰਾਂ ਦੇ ਵਿੱਚ ਬੋਲੀ ਬੋਲਦੇ ਹਾਂ, ਜੋ ਸਾਡਾ ਫੇਥ ਹੈ, ਜੋ ਸਾਡਾ ਟਰਸਟ ਹੈ, ਉਹਦੇ 'ਤੇ ਅਸੀਂ ਗੱਲ ਕਰ ਸਕਦੇ ਹਾਂ। ਬਹੁਤ ਸਾਰੇ ਆਸਟ੍ਰੇਲੀਅਨ ਪੰਜਾਬੀ ਫੈਮਿਲੀ ਆਪਣੇ ਭਾਈਚਾਰੇ ਦੇ ਵਿੱਚ ਬੱਚਿਆਂ ਨਾਲ, ਬਜ਼ੁਰਗਾਂ ਨਾਲ ਪੰਜਾਬੀ 'ਚ ਗੱਲ ਕਰਦੇ ਨੇ। ਭਾਵੇਂ ਕਿ ਸਾਡੀ ਕਮਿਊਨਿਟੀ ਦਾ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ, ਪਰ ਪੰਜਾਬੀ ਬੋਲੀ ਨੂੰ ਪੜ੍ਹਨ ਪੜ੍ਹਾਉਣ ਲਈ, ਪੰਜਾਬੀ ਬੋਲੀ ਨਾਲ ਸੰਬੰਧਿਤ ਕਿਤਾਬਾਂ ਤੇ ਹੋਰ ਕਈ ਜਾਣਕਾਰੀ ਦੇਣ ਦੇ ਲਈ ਅਕਸਰ ਅਸੀਂ ਵੇਖਦੇ ਹਾਂ ਕਿ ਸਾਡੇ ਕੋਲ ਬਹੁਤ ਕਮੀ ਹੈ। ਤੇ ਬਹੁਤ ਖੁਸ਼ੀ ਹੈ ਕਿ ਅੱਜ ਸਾਡੇ ਨਾਲ ਸਮਾਜ ਦੇ ਕੁਝ ਅਗਾਂਹਵਧੂ ਜਵਾਨ, ਮੈਂ ਕਹਿ ਸਕਦਾ, ਪਰਿਵਾਰਕ ਮੈਂਬਰ, ਪੇਰੈਂਟਸ, ਮਾਪੇ ਤੇ ਕਮਿਊਨਿਟੀ ਸੰਸਥਾਵਾਂ ਜਿਹੜੀਆਂ ਚਲਾਉਂਦੇ ਨੇ ਉਹ ਸਾਡੇ ਕੋਲ ਨੇ। ਉਹਨਾਂ ਨੇ ਅਲੱਗ-ਅਲੱਗ ਕਿਸਮ ਦੇ ਤਜਰਬੇ ਕੀਤੇ ਤੇ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਤੇ ਉਹਨਾਂ ਨੂੰ ਕੀ ਮੁਸ਼ਕਲਾਂ ਆਈਆਂ, ਕੀ ਮਸਲੇ ਉਹਨਾਂ ਨੇ ਕਿਸ ਤਰ੍ਹਾਂ ਹੱਲ ਕੱਢੇ, ਇਹਦੇ ਤੇ ਗੱਲ ਕਰਾਂਗੇ। ਮੈਂ ਜੀ ਆਖਦਾ ਕਿਰਨਜੀਤ ਕੌਰ, ਜੋ ਕਿ ਪੇਸ਼ੇ ਵਜੋਂ ਇੱਕ ਅਧਿਆਪਕ ਹੈ ਤੇ ਪੰਜਾਬੀ ਬੋਲੀ ਦੇ ਉੱਤੇ, ਫੋਕ ਲੋਰ ਦੇ ਉੱਤੇ ਬਹੁਤ ਅਹਿਮ ਕੰਮ ਰੱਖਦੀ ਹੈ ਤੇ ਇੱਕ ਬਹੁਤ ਅੱਛੀ ਕਲਾਕਾਰ ਹੈ। ਕਿਰਨਜੀਤ, ਆਸਟ੍ਰੇਲੀਅਨ ਪੰਜਾਬੀ ਦੇ ਵਿਹੜੇ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਸ਼ੁਕਰੀਆ ਜੀ। ਸਭ ਕਲ ਕਲ ਕਰਦੀਆਂ ਨਦੀਆਂ ਦਾ, ਸਭ ਸਾਂ ਕਰਦੇ ਬਿਰਖਾਂ ਦਾ, ਸਭ ਚੀ ਕਰਦੀਆਂ ਚਿੜੀਆਂ ਦਾ ਆਪਣਾ ਹੀ ਤਰਾਨਾ ਹੁੰਦਾ ਹੈ। ਪਰ ਸੁਣਿਆ ਹੈ ਕਿ ਇੱਕ ਅਜਿਹਾ ਦੇਸ਼ ਹੈ ਜਿੱਥੇ ਆਪਣੀ ਮਾਂ ਬੋਲੀ ਬੋਲਣ ਤੇ ਵੀ ਜੁਰਮਾਨਾ ਹੁੰਦਾ ਹੈ। ਸੋ ਪਾਤਰ ਜੀ ਦੀਆਂ ਬਹੁਤ ਖੂਬਸੂਰਤ ਲਾਈਨਾਂ ਨੇ। ਅਸੀਂ ਭਾਵੇਂ ਅੱਜ ਵਿਦੇਸ਼ਾਂ ਵਿੱਚ ਆ ਕੇ ਵਸ ਗਏ ਹਾਂ, ਇੱਥੇ ਆ ਕੇ ਅਸੀਂ ਮਹਿਸੂਸ ਕੀਤਾ ਆਪਣੀ ਪੰਜਾਬੀ ਮਾਂ ਬੋਲੀ ਦੇ ਪਸਾਰੇ ਨੂੰ, ਕਿ ਅਸੀਂ ਸਭ ਭਾਈਚਾਰੇ ਦੇ ਜੋ ਸਭ ਅਗਾਂਹਵਧੂ ਸੰਸਥਾਵਾਂ ਚਲਾ ਰਹੇ ਹਾਂ, ਅਸੀਂ ਮਿਲ ਕੇ ਕੰਮ ਕਰ ਰਹੇ ਹਾਂ ਆਪਣੀ ਪੰਜਾਬੀ ਮਾਂ ਬੋਲੀ ਤੇ। ਪਰ ਫਿਰ ਵੀ ਇੱਥੇ ਵਿਚਰਦਿਆਂ ਕਈ ਤਰ੍ਹਾਂ ਦੇ ਸਾਨੂੰ ਮੁਸ਼ਕਿਲਾਂ ਆਉਂਦੀਆਂ ਨੇ। ਆਪਣੀ ਮਾਂ ਬੋਲੀ ਦਾ ਜੋ ਇਹ ਪਸਾਰ ਅਸੀਂ ਕਰਨਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਪੰਜਾਬੀ ਮਾਂ ਬੋਲੀ ਹੈ, ਇਸ ਦਾ ਮਿਲਦਾ ਮਾਣ ਹੈ, ਜੋ ਬਣਦਾ ਮਾਣ ਹੈ, ਉਹਨੂੰ ਮਿਲੇ। ਸੋ ਮੈਂ ਆ ਕੇ ਇੱਥੇ ਇੱਕ ਅਧਿਆਪਕ ਵਜੋਂ ਕੰਮ ਕਰ ਰਹੀ ਹਾਂ। ਮੈਂ ਮੈਥਮੈਟਿਕਸ ਦੇ ਸਬਜੈਕਟ ਨਾਲ ਰਿਲੇਟ ਕਰਦੀ ਹਾਂ, ਪਰ ਮੈਂ ਸਟਾਰਟ ਕੀਤਾ ਕਿੰਡਰਗਾਰਟਨ ਤੇ ਪ੍ਰਾਇਮਰੀ ਸਕੂਲਸ ਦੇ ਵਿੱਚ, ਜਿੱਥੇ ਕਿ ਮੈਂ ਮਹਿਸੂਸ ਕੀਤਾ, ਕਿਉਂਕਿ ਜਿਸ ਇਲਾਕੇ ਵਿੱਚ ਮੈਂ ਰਹਿ ਰਹੀ ਹਾਂ, ਵਿੰਡਮਵੇਲ ਵਾਲੀ ਸਾਈਡ ਤੇ, ਸਾਡਾ ਜਿਹੜਾ ਭਾਈਚਾਰਾ ਹੈ, ਪੰਜਾਬੀ ਭਾਈਚਾਰਾ ਕਾਫੀ ਹੈ ਇੱਥੇ। ਤੇ ਸਾਡੇ ਜਿਹੜੇ ਬੱਚੇ ਨੇ ਉਹ ਪੰਜਾਬੀ ਭਾਸ਼ਾ ਘਰ ਵਿੱਚ ਪੰਜਾਬੀ ਜ਼ਬਾਨ ਉਹ ਬੋਲਦੇ ਨੇ, ਪਰ ਮੁਸ਼ਕਿਲਾਂ ਉਹਨਾਂ ਲਈ, ਜੋ ਚੈਲੰਜਿਸ ਉਹਨਾਂ ਲਈ ਬਣੇ ਹੋਏ ਨੇ ਕਿ ਬਾਹਰ ਵਿਚਰਦੇ ਹੋਇਆਂ ਸਾਡੇ ਹਰ ਤਰ੍ਹਾਂ ਦੇ ਲੋਕ ਜਿਹੜੇ ਹਰ ਭਾਸ਼ਾ ਦੇ ਨਾਲ ਰਿਲੇਟ ਨੇ, ਬਟ ਬੇਸਿਕਲੀ ਜਿਹੜੀ ਸਾਡੀ ਮੇਨ ਭਾਸ਼ਾ ਜੋ ਇੱਥੇ ਬੋਲੀ ਜਾਂਦੀ ਹੈ, ਅੰਗਰੇਜ਼ੀ ਭਾਸ਼ਾ, ਸੋ ਉਹ ਉਹਨਾਂ ਦੇ ਨਾਲ ਵਿਚਰਦੇ ਨੇ ਤੇ ਫਿਰ ਨਾਲ ਹੀ ਉਹਨਾਂ ਨੂੰ ਆਪਣੇ ਘਰ ਦੇ ਵਿੱਚ, ਪਰ ਕਾਫੀ ਕੁਛ ਚੇਂਜ ਵੀ ਹੋ ਰਿਹਾ। ਸੋ ਘਰਾਂ ਦੇ ਵਿੱਚ ਵੀ ਕਈ ਮਾਪੇ ਉਹਨਾਂ ਨੂੰ ਅੰਗਰੇਜ਼ੀ ਸਿਖਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਕਿ ਉਹ ਇੰਗਲਿਸ਼ ਦੇ ਵਿੱਚ ਹੀ ਉਹ ਆਪਣਾ ਵੀ ਜਿਹੜਾ ਉਹ ਉਸ ਚੀਜ਼ ਨੂੰ ਕਰ ਰਹੇ ਨੇ। ਪਰ ਫਿਰ ਜਿਹੜੇ ਉਹਨਾਂ ਦੇ ਦਾਦੀਆਂ ਜਾਂ ਨਾਨੀਆਂ ਜਦੋਂ ਇੱਥੇ ਆਉਂਦੇ ਆ ਤਾਂ ਉਹਨਾਂ ਲਈ ਇਹ ਮੁਸ਼ਕਿਲ ਹੁੰਦੀ ਹੈ ਕਿ ਉਹ ਮਹਿਸੂਸ ਕਰਦੇ ਨੇ ਉਹਨਾਂ ਦੇ ਕਿ ਉਹ ਪਿਆਰ, ਜੋ ਸਾਂਝ ਹੈ, ਉਹਨਾਂ ਨਾਲ ਨਹੀਂ ਹੈਗੀ। ਕਿਉਂਕਿ ਜਦੋਂ ਅਸੀਂ ਬਾਹਰ ਵੀ ਨਿਕਲਦੇ ਹਾਂ, ਉਹਨਾਂ ਨੂੰ ਮਿਲਦੇ ਹਾਂ, ਉਹਨਾਂ ਨੂੰ ਕਿਤੇ ਨਾ ਕਿਤੇ ਉਹ ਜਦੋਂ ਆਉਂਦੇ ਨੇ ਇੱਥੇ ਪੰਜਾਬ ਤੋਂ ਉਹਨਾਂ ਨੂੰ ਮਿਲਣ, ਭਾਰਤ ਤੋਂ ਮਿਲਣ, ਤਾਂ ਉਹ ਮਹਿਸੂਸ ਕਰਦੇ ਨੇ ਕਿ ਸਾਡੇ ਹੁਣ ਜਿਹੜੇ ਗ੍ਰੈਂਡ ਚਾਈਲਡ ਨੇ ਸਾਡੇ ਤੋਂ ਥੋੜੇ ਵਿਸਰਦੇ ਜਾ ਰਹੇ, ਮਤਲਬ ਉਹ ਪਿਆਰ ਨਹੀਂ ਪਾਉਂਦੇ ਸਾਡੇ ਨਾਲ, ਕਿਉਂਕਿ ਸ਼ਾਇਦ ਕਿਤੇ ਨਾ ਕਿਤੇ ਉਹ ਭਾਸ਼ਾ ਨੂੰ ਜਿਹੜਾ ਇਹਦਾ ਮੰਨਦੇ ਨੇ। ਸੋ ਪੰਜਾਬੀ ਕਿਤੇ ਨਾ ਕਿਤੇ ਟੁੱਟਦੇ ਜਾ ਰਹੇ ਨੇ। ਪਰ ਜੇ ਹੋਰ ਪਾਸੇ ਦੇਖਿਆ ਜਾਵੇ ਤਾਂ ਕਈ ਪੇਰੈਂਟਸ, ਕਈ ਮਾਪੇ ਇਹੋ ਜਿਹੇ ਨੇ ਜਿਹੜੇ ਲਗਾਤਾਰ ਇਸ ਕੋਸ਼ਿਸ਼ 'ਚ ਲੱਗੇ ਹੋਏ ਨੇ ਕਿ ਸਾਡੇ ਬੱਚੇ ਆ ਉਹ ਆਪਣੀ ਮਾਂ ਬੋਲੀ ਵੀ ਬੋਲਣ, ਪੰਜਾਬੀ ਬੋਲੀ ਦੇ ਨਾਲ ਜੁੜੇ ਰਹਿਣ। ਸੋ ਇਸ ਤਰ੍ਹਾਂ ਦੇ ਮਸਲੇ ਜਿਹੜੇ ਉਹ ਮੈਂ ਮਹਿਸੂਸ ਕੀਤੇ, ਦੇਖਿਆ ਜਦੋਂ ਦੇ ਅਸੀਂ ਇਸ ਏਰੀਆ ਦੇ ਵਿੱਚ ਆਏ ਹਾਂ।
ਕਿਰਨ ਜੀ ਬਹੁਤ ਅੱਛਾ ਲੱਗਾ, ਤੁਸੀਂ ਸਟਾਰਟਿੰਗ ਦੇ ਵਿੱਚ ਹੀ ਬਹੁਤ ਵਧੀਆ ਕਵਿਤਾ ਦੇ ਨਾਲ ਸ਼ੁਰੂ ਕੀਤਾ ਔਰ ਸਾਨੂੰ ਚੈਲੰਜ ਜਿਹੜਾ ਪੰਜਾਬ ਦੇ ਵਿੱਚ ਵੀ ਹੈ ਤੇ ਇੱਥੇ ਵੀ ਉਹਦੀ ਗੱਲ ਕੀਤੀ। ਇਸ ਤੋਂ ਪਹਿਲਾਂ ਕਿ ਮੈਂ ਅੱਗੇ ਚੱਲਾਂ, ਮੈਂ ਜਾਣਕਾਰੀ ਦੇ ਦਾਂ, ਸਾਡੇ ਨਾਲ ਅੰਗਦ ਸਿੰਘ ਦਾ ਜਿਹੜਾ ਨਾਂ ਹੈ, ਸਨੀ ਸਿੰਘ ਟੈਂਬਰ ਤੇ ਉਹਨਾਂ ਦਾ ਬੇਟਾ ਸਾਡੇ ਨਾਲ ਹੈ, ਤੇ ਤੁਹਾਡਾ ਵੀ ਸਵਾਗਤ ਹੈ। ਤੇ ਨਾਲ ਸੰਜੇ ਭੰਡਾਰੀ ਊਰਜਾ ਫਾਊਂਡੇਸ਼ਨ ਤੋਂ, ਤੇ ਉਹਨਾਂ ਨੇ ਐਜ਼ ਏ ਪੇਰੈਂਟਸ ਐਜ਼ ਏ ਗੱਲ ਕਰਨਗੇ ਆਪਣੇ ਬੱਚੇ ਨੂੰ ਪੰਜਾਬੀ ਸਿਖਾਉਣ ਲਈ ਕੀ ਕੀ ਕੀਤਾ। ਮੇਰਾ ਸਵਾਲ ਪਹਿਲਾਂ ਕਿਰਨ ਨੂੰ ਹੀ ਹੈ। ਕਿਰਨ, ਕਿੰਡਰਗਾਰਟਨ ਦੇ ਵਿੱਚ ਤੁਸੀਂ ਜਦੋਂ ਕਿਹਾ ਵੀ ਤੁਹਾਨੂੰ ਜਾਣ ਦਾ ਮੌਕਾ ਮਿਲਿਆ, ਉੱਥੇ ਪੰਜਾਬੀ ਸਕੂਲ ਦੀ ਗੱਲ ਕਰ ਰਹੇ ਹੋ ਤੁਸੀਂ ਇਹਦੇ ਚ, ਕਿ ਜਾਂ ਜਨਰਲ ਸਕੂਲ ਦੀ ਗੱਲ ਕਰ ਰਹੇ ਹੋ? ਨਹੀਂ, ਜਨਰਲ ਜਿਹੜੇ ਕਿੰਡਰਗਾਰਟਨ ਮੌਂਟੇਸਰੀ ਦੇ ਸਕੂਲਸ ਨੇ ਵੈਸੇ ਇਹ। ਮੌਂਟੇਸਰੀ ਮਤਲਬ ਕਿ ਉਹਨਾਂ ਦਾ ਇੱਕ ਆਪਣੀ ਫਿਲਾਸਫੀ ਦੇ ਅਕੋਰਡਿੰਗ ਇਹ ਸਕੂਲਸ ਜਿਹੜੇ ਚਲਾਏ ਜਾਂਦੇ ਨੇ। ਸੋ ਕਿੰਡਰ ਲੈਵਲ ਸਰ ਹੁੰਦਾ ਕਿ ਪ੍ਰੀ ਸਕੂਲਸ, ਜਦੋਂ ਬੱਚੇ ਸਕੂਲ ਤੋਂ ਪ੍ਰਾਇਮਰੀ ਲੈਵਲ ਤੇ ਐਂਟਰ ਕਰਨ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਹੁੰਦਾ। ਸੋ ਮੈਂ ਉੱਥੇ ਸਟਾਰਟ ਕੀਤਾ ਸੀ ਆਪਣੇ ਚਾਈਲਡ ਕੇਅਰ ਤੋਂ, ਤੇ ਫਿਰ ਮੇਰਾ ਰਜਿਸਟ੍ਰੇਸ਼ਨ ਦੇ ਨਾਲ ਹੀ ਫਿਰ ਮੈਨੂੰ ਕਿੰਡਰ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਤੇ ਨਾਲ ਹੀ ਪ੍ਰਾਇਮਰੀ ਦੇ ਵਿੱਚ, ਤੇ ਨਾਲ ਹੀ ਮੈਂ ਐਜ਼ ਅ ਟੀਚਿੰਗ ਸਪੋਰਟ ਸਕੂਲਸ ਦੇ ਵਿੱਚ ਵੀ ਹੁਣ ਸ਼ੁਰੂਆਤ ਕੀਤੀ ਹੈ। ਤਾਂ ਮੈਨੂੰ ਇਹ ਚੀਜ਼ ਮਹਿਸੂਸ ਹੋਈ ਕਿ ਬਹੁਤ ਸਾਡੇ ਪੰਜਾਬੀ ਕਮਿਊਨਿਟੀ ਦੇ ਬੱਚੇ ਨੇ, ਸੋ ਉਹ ਇਸ ਪ੍ਰੋਬਲਮ ਨੂੰ ਫੇਸ ਕਰਦੇ ਨੇ ਕਿ ਇਹ ਕਿਤੇ ਨਾ ਕਿਤੇ ਉਹਨਾਂ ਨੂੰ, ਮਤਲਬ ਮੈਂ ਮਹਿਸੂਸ ਕੀਤਾ ਕਿ ਬੱਚੇ ਪੰਜਾਬੀ ਵੀ ਬੋਲਣਾ ਚਾਹੁੰਦੇ ਨੇ, ਪਰ ਇੱਕ ਵੱਖਰੀ ਤਰ੍ਹਾਂ ਦਾ ਚੈਲੰਜ ਕਹਿ ਸਕਦੇ ਕਿ ਉਹਨਾਂ ਲਈ, ਕਿ ਜਿੱਥੇ ਸਕੂਲਾਂ ਦੇ ਵਿੱਚ ਵੱਧ ਚੜ ਕੇ ਇੰਗਲਿਸ਼ ਦੇ ਨਾਲ ਨਾਲ ਹੋਰ ਲੈਂਗੁਏਜਿਸ ਹੈਗੀਆਂ, ਉਹਨਾਂ ਕੋਲ ਆਪਸ਼ਨ ਹੈ ਕਿ ਉਹ ਆਪਟ ਕਰ ਸਕਦੇ, ਬਟ ਫਿਰ ਵੀ ਉਹ ਚਾਹੁੰਦੇ ਨੇ, ਮਤਲਬ ਕਿ ਜਿਵੇਂ ਕਿ ਹੁਣ ਸਾਡੀ ਕਮਿਊਨਿਟੀ ਕਾਫੀ ਹੈ, ਪੰਜਾਬੀ ਕਮਿਊਨਿਟੀ ਕਾਫੀ ਹੈ, ਤਾਂ ਕਿਤੇ ਨਾ ਕਿਤੇ ਸਕੂਲਾਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਦਾ ਵੀ ਇੱਕ ਸਥਾਨ ਬਣ ਜਾਵੇ। ਸੋ ਇਹਦਾ ਮਤਲਬ ਕਿਰਨ ਜਿਹੜੀ ਗੱਲ ਕਹਿ ਰਹੀ ਹੈ ਕਿ ਪ੍ਰੀ ਸਕੂਲ ਪੰਜਾਬੀ ਲਰਨਿੰਗ ਸਕਿੱਲ ਕੀ ਹੈ, ਮੈਂ ਸਮਝਦਾ ਸੰਜੇ ਜੀ ਇਹਦੇ ਬਾਰੇ ਆਪਾਂ ਪੁਆਇੰਟ ਨੋਟ ਕਰਨ ਵਾਲਾ ਹੈ ਕਿ ਜਿਹੜੇ ਵੀ ਲੋਕ ਸਾਨੂੰ ਸੁਣ ਰਹੇ ਨੇ ਜਾਂ ਬਾਅਦ ਚ ਸੁਣਨਗੇ, ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਵੀ ਜਿਹੜੇ ਸਾਡੇ ਪੰਜਾਬੀ ਪੇਰੈਂਟਸ ਨੇ, ਇਹਦੇ ਚ ਵੀ ਮੈਂ ਦੋ ਗੱਲਾਂ ਕਰਦਾ ਹਾਂ। ਇੱਕ ਉਹ ਪੀੜ੍ਹੀ ਹੈ ਜਿਹੜੀ ਕਿ ਸਾਡੇ ਤੋਂ ਵੱਡੀ ਹੈ, ਜਿਹੜੇ ਬਜ਼ੁਰਗ ਨੇ, ਜਿਹੜੇ ਕਹਿ ਸਕਦੇ 70s 80s ਦੇ ਵਿੱਚ ਆਏ, ਤੇ ਇੱਕ ਉਹ ਪੀੜ੍ਹੀ ਹੈ ਜਿਹੜੇ ਕੁਛ ਪਿਛਲੇ 15-20 ਸਾਲ ਤੋਂ ਐਜ਼ ਅ ਸਟੂਡੈਂਟ ਇੱਥੇ ਆਏ ਤੇ ਉਹ ਸੈਟਲ ਹੋ ਗਏ, ਤੇ ਉਹਨਾਂ ਦੇ ਬੱਚੇ ਅੱਗੇ ਹਨ। ਕੀ ਇਹਨਾਂ ਦੇ ਲਈ ਪ੍ਰੀ ਸਕੂਲ ਫੈਸਿਲਿਟੀਜ਼ ਜਿਹੜੀਆਂ ਇਹਨਾਂ ਦੇ ਬੱਚੇ ਹਨ, ਉਹਨਾਂ ਨੂੰ ਪੜ੍ਹਾਉਣ ਲਈ, ਜਾਂ ਉਹਨਾਂ ਕੋਲੋਂ ਰਿਸੋਰਸ ਮਟੀਰੀਅਲ ਨੇ, ਜਾਂ ਉਹਨਾਂ ਕੋਲੋਂ ਚੰਗੇ ਸਕੂਲ ਹਨ, ਇਹ ਉਹਦਾ ਮੇਰਾ ਖਿਆਲ ਨਾਲ ਕਿਰਨ ਗੱਲ ਕਰ ਰਹੀ ਹੈ। ਮੈਂ ਆਉਣਾ ਆ ਸਨੀ ਸਿੰਘ ਤੁਹਾਡੇ ਵੱਲ। ਅੰਗਦ ਸਿੰਘ, ਅੰਗਦ ਕਿੰਨੀ ਉਮਰ ਹੈ ਤੁਹਾਡੀ? ਅੰਗਦ ਤੁਹਾਡਾ ਮਾਈਕ ਬੰਦ ਹੈ। ਸਨੀ, ਤੁਹਾਡਾ ਮਾਈਕ ਜੀ ਆ ਰਹੀ ਆਵਾਜ਼ ਜੀ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੰਗਦ ਕਿੰਨੀ ਉਮਰ ਹੈ ਤੁਹਾਡੀ? 8 ਸਾਲ ਦਾ। 7 ਸਾਲ ਦਾ? 8 ਸਾਲ ਦਾ। ਤੁਹਾਨੂੰ ਪੰਜਾਬੀ ਪੜ੍ਹਨਾ ਚੰਗਾ ਲੱਗਦਾ ਜਾਂ ਬੋਲਣਾ ਚੰਗਾ ਲੱਗਦਾ? ਹਾਂਜੀ। ਮੇਰੀ ਆਵਾਜ਼ ਸੁਣ ਰਹੇ ਸਨੀ? ਹਾਂਜੀ ਹਾਂਜੀ ਹਾਂਜੀ। ਅੰਗਦ ਤੁਹਾਨੂੰ ਪੰਜਾਬੀ ਪੜ੍ਹਨਾ ਕਿਵੇਂ ਲੱਗਦਾ? ਵਧੀਆ ਲੱਗਦੀ ਪੰਜਾਬੀ ਪੜ੍ਹਨੀ, ਦੱਸ ਦੇ। ਓਕੇ, ਸੋ ਕਈ ਵਾਰੀ ਹੁੰਦਾ ਕੈਮਰੇ ਦੇ ਸਾਹਮਣੇ ਬੱਚੇ ਔਖੇ ਬੋਲਦੇ ਕੰਮ ਦੇ। ਸਨੀ ਹਾਊ ਯੂਅਰ ਐਕਸਪੀਰੀਅੰਸ ਟੂ ਟੀਚ ਅੰਗਦ ਸਿੰਘ ਪੰਜਾਬੀ? ਮੈਂ ਇੰਗਲਿਸ਼ ਤਾਂ ਪੁੱਛ ਰਿਹਾ ਵੀ ਉਹ ਸਮਝ ਜਾਵੇ, ਸ਼ਾਇਦ ਜੇ ਪੰਜਾਬੀ ਨਹੀਂ ਸਮਝਦਾ। ਸਨੀ ਤੁਹਾਡਾ? ਪੰਜਾਬੀ ਨੂੰ ਬਹੁਤ ਚੰਗੀ ਤਰ੍ਹਾਂ ਆਉਂਦੀ ਹੈ, ਬਸ ਕੈਮਰੇ ਕਰਕੇ ਥੋੜਾ ਚੁੱਪ ਹੋ ਗਿਆ, ਨਹੀਂ ਤਾਂ ਸਾਰਾ ਦਿਨ ਬੜਬੜ ਹੁੰਦੀ ਹੈ। ਨਹੀਂ ਸਮਝਦੇ ਗੱਲ। ਕਿਵੇਂ ਤੁਹਾਡਾ ਐਕਸਪੀਰੀਅੰਸ, ਕਿਵੇਂ ਤੁਸੀਂ ਕਿਵੇਂ ਪੰਜਾਬੀ ਨੂੰ ਸਿਖਾਈ, ਜਾਂ ਕਿਸ ਤਰ੍ਹਾਂ ਜਰਨੀ ਚੱਲ ਰਹੀ ਹੈ? ਹਾਂਜੀ ਹਾਂਜੀ, ਇਹਦਾ ਸਭ ਤੋਂ ਜਿਹੜਾ ਵੱਡਾ ਮੈਂ ਕ੍ਰੈਡਿਟ ਕਹੂੰਗਾ, ਮੈਂ ਆਪਣੇ ਪੇਰੈਂਟਸ ਦਾ ਕਹੂੰਗਾ। ਜਦੋਂ ਪੇਰੈਂਟਸ ਇੱਥੇ ਆਏ ਸੀਗੇ, ਜਦੋਂ ਸਾਨੂੰ ਇੰਡੀਆ ਜਾਣ ਦਾ ਮੌਕਾ ਮਿਲਿਆ ਸੀ, ਜਦੋਂ ਇਹ ਛੋਟਾ ਸੀਗਾ, ਤਾਂ ਘਰਦਿਆਂ ਨੂੰ ਇੱਕੋ ਇੱਕ ਕੰਸਰਨ ਹੁੰਦਾ ਸੀਗਾ ਕਿ ਜੇ ਇਹ ਵੱਡੇ ਹੋ ਗਏ ਇੱਥੇ ਆਉਂਗੇ ਤਾਂ ਇਹਨਾਂ ਨੇ ਬਿਲਕੁਲ ਚੇਂਜ ਹੋਣਾ, ਕਿਉਂਕਿ ਸਾਡੇ ਕਜ਼ਨ ਹੈਗੇ ਕੁਝ ਜਿਹੜੇ ਹੋਰ ਦੇਸ਼ਾਂ 'ਚ ਵੀ ਹੈਗੇ, ਜਦੋਂ ਉਹ ਇੰਡੀਆ ਆਉਂਦੇ ਸੀਗੇ ਥੋੜਾ ਜਿਹਾ ਉਹਨਾਂ ਦੀ ਐਕਸੈਂਟ ਚੇਂਜ ਹੋ ਜਾਂਦਾ ਸੀ, ਜਾਂ ਉਹਨਾਂ ਨੂੰ ਪੰਜਾਬੀ ਉਹ ਲੈਵਲ ਦੀ ਨਹੀਂ ਆਉਂਦੀ ਸੀ ਜਿਹੜੀ ਸਾਡੇ ਪਿੰਡਾਂ 'ਚ ਬੋਲੀ ਜਾਂਦੀ ਹੈ। ਤੇ ਫਿਰ ਮੇਰੇ ਪੇਰੈਂਟਸ ਨੂੰ ਸ਼ੁਰੂ ਤੋਂ ਇਹ ਸੀਗਾ ਕਿ ਜਦੋਂ ਵੀ ਤੇਰੇ ਬੱਚੇ ਹੋਣਗੇ, ਉਸ ਤੋਂ ਬਾਅਦ ਜਦੋਂ ਵੱਡੇ ਹੋਣਗੇ, ਤਾਂ ਸਾਡਾ ਸਭ ਤੋਂ ਪਹਿਲੀ ਗੱਲ ਅਸੀਂ ਇਹੀ ਕਰਨੀ ਹੈ ਕਿ ਉਹਨਾਂ ਨੂੰ ਅਸੀਂ ਧੱਕੜ ਜੀ ਪੰਜਾਬੀ, ਆਪਣੇ ਪਿੰਡਾਂ ਵਾਲੀ ਪੰਜਾਬੀ ਸਮਝਾਉਣੀ ਹੈ, ਤੇ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਜਿਹੜਾ ਵੀ ਅਸੀਂ ਛੋਟਾ ਜਿਹਾ ਇੱਥੇ ਭਾਰੀ ਵਰਡ ਬੋਲ ਦੋ ਕਿਸੇ ਨੂੰ, ਤਾਂ ਉਹਨੂੰ ਕਈ ਵਾਰ ਬੱਚੇ ਨੂੰ ਨਹੀਂ ਸਮਝ ਆਉਂਦੀ ਨਾ, ਤਾਂ ਅਸੀਂ ਕੋਸ਼ਿਸ਼ ਕਰ ਰਹੇ ਕਿ ਇਹਨੂੰ ਉਹੀ ਪੰਜਾਬੀ ਜਿਹੜੀ ਅਸੀਂ ਬੋਲਦੇ ਪਿੰਡਾਂ 'ਚ, ਉੱਦਾਂ ਦੀ ਉਹ ਪੰਜਾਬੀ ਇਹ ਵੀ ਬੋਲੇ ਤੇ ਉੱਦਾਂ ਦੀ ਸਿੱਖੇ। ਤਾਂ ਮੇਰੇ ਮੰਮੀ ਪਾਪਾ ਦੋਨੋਂ ਪੇਰੈਂਟਸ ਮੇਰੇ ਟੀਚਿੰਗ ਲਾਈਨ 'ਚ ਹੀ ਸੀਗੇ ਸ਼ੁਰੂ ਤੋਂ, ਤਾਂ ਉਹਨਾਂ ਨੂੰ ਟੀਚ ਕਰਨਾ ਓਬਵੀਅਸਲੀ ਉਹਨਾਂ ਦੇ ਖੂਨ 'ਚ ਹੀ ਆ। ਤਾਂ ਜਦੋਂ ਇੱਥੇ ਆਏ ਸੀਗੇ ਤਾਂ ਉਹਨਾਂ ਨੇ
ਬਸ ਬਹੁਤ ਛੋਟੇ ਹੁੰਦੇ ਦੀ ਇਹਨੂੰ ਊੜਾ ਆੜਾ ਤੋਂ ਸ਼ੁਰੂ ਕਰਵਾ ਕੇ ਸਾਰਾ ਆਪਣੇ 35 ਅੱਖਰਾਂ ਤੋਂ ਬਾਅਦ, ਉਸ ਤੋਂ ਬਾਅਦ ਲਾਵਾਂ, ਤੇ ਉਸ ਤੋਂ ਬਾਅਦ ਫਿਰ ਬੋਲਣਾ ਕਿੱਦਾਂ ਤੇ ਉਸ ਤੋਂ ਬਾਅਦ ਸੈਂਟੈਂਸ ਕਿੱਦਾਂ ਬਣਾਉਣੇ ਸਾਰੇ ਉਹ ਪੂਰਾ ਸਿਖਾ ਕੇ ਗਏ ਜੀ। ਤੇ ਸਭ ਤੋਂ ਵੱਡਾ ਹੱਥ ਪੇਰੈਂਟਸ ਦੀ ਇਹਦੇ ਵਿੱਚ ਪਿੱਛੇ। ਜਦੋਂ ਸਾਡੇ ਪੇਰੈਂਟਸ ਇੱਥੇ ਆਉਂਦੇ ਆ, ਇਹ ਵੀ ਗੱਲ ਦੂਸਰੀ ਸਾਡੇ ਨੋਟ ਕਰਨ ਵਾਲੀ ਆ ਕਿ ਜਦੋਂ ਸਾਡੇ ਪੇਰੈਂਟਸ ਮਾਪੇ ਸਾਡੇ ਕੋਲ ਹੁੰਦੇ ਆ, ਉਹਨਾਂ ਕੋਲ ਇੱਕ ਜ਼ਿਆਦਾ ਟਾਈਮ ਹੁੰਦਾ ਬੱਚਿਆਂ ਨਾਲ ਬਹਿਣ ਦਾ, ਉਹ ਜ਼ਿਆਦਾ ਸਿਖਾ ਸਕਦੇ ਆ। ਸੋ ਜਿਹੜਾ ਅਸੀਂ ਇੱਕ ਲੌਂਗ ਸਟੇ ਪੇਰੈਂਟ ਵੀਜ਼ਾ ਦੀ ਡਿਮਾਂਡ ਹੈ ਸਾਡੀ ਪੰਜਾਬੀ ਭਾਈਚਾਰੇ ਦੀ, ਉਹ ਵੀ ਪੰਜਾਬੀ ਬੋਲੀ ਨਾਲ, ਪੰਜਾਬੀ ਘਰ ਵਿੱਚ ਸਿਖਾਉਣ ਨਾਲ, ਉਹਦੇ ਨਾਲ ਜੁੜਦੀ ਹੈ। ਕਿ ਮੈਂ ਠੀਕ ਕਹਿ ਰਿਹਾ ਸਨੀ? ਹਾਂਜੀ ਹਾਂਜੀ ਬਿਲਕੁਲ ਜੀ, ਬਿਲਕੁਲ। ਹੁਣ ਜਿੱਦਾਂ ਆਪਣੇ ਸੈਂਸਰਸ ਆ ਰਹੇ ਆ, ਇਹਦੇ ਵਿੱਚ ਜਿੰਨਾ ਅਸੀਂ ਸਾਰੇ ਵੱਧ ਚੜ ਕੇ ਆਪਣੀ ਬੋਲੀ ਨੂੰ ਅੱਗੇ ਲੈ ਕੇ ਆਉਂਗੇ, ਭਾਵੇਂ ਤੁਸੀਂ ਹਿੰਦੀ ਬੋਲਦੇ ਹੋ, ਭਾਵੇਂ ਤੁਸੀਂ ਪੰਜਾਬੀ ਬੋਲਦੇ ਹੋ, ਤਾਂ ਇਹਦੇ ਹਿਸਾਬ ਨਾਲ ਹੀ ਅੱਗੇ ਰੂਲਸ ਰੈਗੂਲੇਸ਼ਨ ਜਾਂ ਜੋ ਵੀ ਆਸਟ੍ਰੇਲੀਆ 'ਚ ਜਿੱਦਾਂ ਦੇ ਵੀ ਫੈਸਿਲਿਟੀਜ਼ ਆਣੀ ਹੈ ਉਸ ਹਿਸਾਬ ਨਾਲ ਹੀ ਤੈਅ ਹੁੰਦਾ ਸਾਰਾ ਕੁਝ। ਤਾਂ ਸਨੀ ਜੀ, ਤੁਹਾਨੂੰ ਲੱਗਦਾ ਵੀ ਸਕੂਲ ਫੈਸਿਲਿਟੀਜ਼ ਜਿਹੜੀਆਂ ਪੜ੍ਹਾਉਣ ਲਈ ਬੱਚੇ ਨੂੰ, ਜੇ ਪੰਜਾਬੀ ਪੜ੍ਹਾਉਣੀ ਹੋਏ, ਆਸਟ੍ਰੇਲੀਆ ਦੇ ਵਿੱਚ ਬੋਰਨ ਬੱਚੇ ਆ, ਉਹ ਸਹੀ ਨੇ ਜਾਂ ਤੁਹਾਨੂੰ ਕੁਝ ਮੁਸ਼ਕਲਾਂ ਆਈਆਂ ਉਹਦੇ ਵਿੱਚ? ਨਹੀਂ ਜੀ, ਲੋਕਲ ਦੇਖਿਆ ਜਾਵੇ ਬਹੁਤ ਬੰਦੇ ਜਿਹੜੇ ਘਰਾਂ ਵਿੱਚ ਟਿਊਸ਼ਨਾਂ ਪਰ ਸਭ ਤੋਂ ਵੱਡੀ ਜਿਹੜੀ ਮੈਨੂੰ ਲੱਗਦਾ ਪ੍ਰੋਬਲਮ ਹੈਗੀ ਹੈ ਜਾਂ ਸਾਨੂੰ ਫੇਸ ਕਰਨੀ ਪੈਂਦੀ, ਉਹ ਹੈਗਾ ਜੀ ਪੇਰੈਂਟਸ ਦਾ ਟਾਈਮ ਨਹੀਂ ਲੱਗਦਾ ਇੰਨਾ ਕਿ ਉਹ ਕੰਮ ਤੋਂ ਬਾਅਦ ਬੱਚਿਆਂ ਨੂੰ ਨਾਲ ਹਰ ਰੋਜ਼ ਜਾਂ ਹਰ ਹਫਤੇ 'ਚ, ਕਿਉਂਕਿ ਇੱਕ ਚੀਜ਼ ਨਹੀਂ ਹੁੰਦੀ ਇੱਥੇ ਹਫਤੇ 'ਚ, ਜਿੱਦਾਂ ਵੀਕਐਂਡ 'ਚ ਛੁੱਟੀ ਹੁੰਦੀ ਹੈ ਤਾਂ ਸਵਿਮਿੰਗ ਹੁੰਦੀ ਹੈ ਜਾਂ ਹੋਰ ਐਕਟੀਵਿਟੀਜ਼ ਨਾਲ ਹੁੰਦੀ ਬੱਚੇ ਦੀ, ਤਾਂ ਜਾਂ ਤਾਂ ਇੱਕ ਪੇਰੈਂਟਸ ਨੂੰ ਪੂਰਾ ਡਿਵੋਟ ਰਹਿਣਾ ਪੈਂਦਾ ਹੈ ਇਸ ਪਾਸੇ ਨੂੰ ਕਿ ਇੱਕ ਬੱਚੇ ਨੂੰ ਉਹ ਲੈ ਕੇ ਟਰੈਵਲ ਕਰਕੇ ਜਾ ਸਕੇ ਤੇ ਪੰਜਾਬੀ ਪੜ੍ਹਾ ਸਕੇ। ਹੈਗੇ ਬਹੁਤ ਬੰਦੇ ਜਿਹੜੇ ਸਿਖਾਉਂਦੇ ਆ ਜੀ, ਪਰ ਗੱਲ ਉਹੀ ਆ ਜੀ, ਪੇਰੈਂਟਸ ਦੀ ਮੈਚਿੰਗ ਨਹੀਂ ਹੁੰਦੀ ਟਾਈਮਿੰਗ ਦੀ, ਜਾਂ ਫਿਰ ਜੇ ਤੁਸੀਂ ਉਹਨਾਂ ਨੂੰ ਆਪਣਾ ਟਾਈਮ ਦੱਸ ਦਿਓ ਤਾਂ ਉਹਨਾਂ ਦੀ ਮੈਚਿੰਗ ਨਹੀਂ ਹੁੰਦੀ। ਤਾਂ ਇਹ ਬਹੁਤ ਵੱਡਾ ਪ੍ਰੋਬਲਮ। ਮੈਨੂੰ ਲੱਗਦਾ ਸਿਡਨੀ 'ਚ ਸਾਡਾ ਸਕੂਲ ਆ ਚੁੱਕਿਆ ਜੀ ਪੰਜਾਬੀ ਦਾ, ਪਰ ਮੈਲਬਨ 'ਚ ਅਜੇ ਇੱਦਾਂ ਦਾ ਕੋਈ ਉਦਮ ਹੋਇਆ ਨਹੀਂ। ਹਾਂ, ਮੈਂ ਸਮਝ ਰਿਹਾ ਜਿਹੜੀ ਤੁਸੀਂ ਗੱਲ ਸੈਂਸਸ ਦੀ ਕਰ ਰਹੇ ਸੀ, ਉਹ ਗੱਲ ਕੁਛ ਭਾਈਚਾਰੇ ਦੇ ਵਿੱਚ ਜਿਹੜੀ ਗੱਲ ਆਈ ਹੈ ਕਿ ਕੀ ਫਰਕ ਪੈਂਦਾ ਸੈਂਸਸ ਦੇ ਨਾਲ। ਦੇਖੋ, ਫਰਕ ਇਹ ਪੈਂਦਾ ਕਿ ਜਦੋਂ ਅਸੀਂ ਇੰਡੀਕੇਟ ਕਰਦੇ ਹਾਂ ਕਿ ਅਸੀਂ ਪੰਜਾਬੀ ਬੋਲਣ ਵਾਲੇ, ਜੇ ਸਾਡੀ ਸੈਕੰਡ ਲੈਂਗੁਏਜ ਪੰਜਾਬੀ ਜਾਂ ਦੂਜੀ ਲੈਂਗੁਏਜ ਅਸੀਂ ਘਰ 'ਚ ਪੰਜਾਬੀ ਬੋਲਦੇ ਹਾਂ, ਤੇ ਉਹਦੇ ਨਾਲ ਜਦੋਂ ਗਵਰਨਮੈਂਟ ਡੇਟਾ ਦੇਖਦੀ ਹੈ ਕਿ ਕਮਿਊਨਿਟੀਜ਼ ਦੇ ਸਪਰੈਡ ਕਿਵੇਂ ਆ, ਤੇ ਉਹ ਆਪਣੀ ਪਾਲਿਸੀਜ਼ ਇੱਦਾਂ ਦੀ ਬਣਾਉਂਦੀ ਹੈ, ਤੇ ਬਹੁਤ ਸਾਰੀਆਂ ਹੋਰ ਜਿਹੜੀਆਂ ਗਵਰਨਮੈਂਟ ਫੈਸਿਲਿਟੀਜ਼ ਹੁੰਦੀਆਂ ਨੇ, ਗ੍ਰਾਂਟਸ ਹੁੰਦੀਆਂ ਨੇ, ਉਹ ਇਸ ਡੇਟਾ ਨਾਲ ਚੱਲਦੀਆਂ ਨੇ। ਤੇ ਡੈਫੀਨੇਟਲੀ ਸਨੀ ਦੀ ਗੱਲ ਨਾਲ ਅਸੀਂ ਹੈਗੇ ਹਾਂ ਕਿ ਲੈਂਗੁਏਜ ਅਦਰ ਦੈਨ ਇੰਗਲਿਸ਼ ਸਪੋਕਨ ਜਿਹੜੀ ਹੈ ਉਹ ਸਾਡੀ ਪੰਜਾਬੀ ਹੈ। ਮੈਂ ਸੰਜੇ ਵੱਲ ਆਉਣਾ, ਇਸੇ ਲੜੀ ਦੇ ਵਿੱਚ ਗੱਲ ਕਰਦੇ ਹਾਂ ਕਿ ਫੈਸਿਲਿਟੀਜ਼ ਦੀ ਗੱਲ ਕੀਤੀ, ਜਿਵੇਂ ਕਿਰਨ ਨੇ ਗੱਲ ਕੀਤੀ ਕਿੰਡਰ ਗਾਰਡਨ ਦੀ, ਸਨੀ ਵੀ ਗੱਲ ਕਰ ਰਿਹਾ ਕਿ ਸਪੈਸ਼ਲ ਸਕੂਲ ਦੀ ਲੋੜ ਆ। ਸੰਜੇ, ਤੁਸੀਂ ਆਪਣੇ ਬੇਟੇ ਨੂੰ ਪੰਜਾਬੀ ਪੜ੍ਹਾਉਣ ਲਈ ਕੀ ਖਾਸ ਕੋਸ਼ਿਸ਼ ਕੀਤੀ, ਉਹਦੇ ਬਾਰੇ ਥੋੜਾ ਜ਼ਿਕਰ ਕਰੋ। ਹਾਂਜੀ, ਜਿਵੇਂ ਕਿਰਨ ਜੀ ਨੇ ਗੱਲ ਕੀਤੀ ਪ੍ਰੀ ਸਕੂਲ ਦੀ, ਤੇ ਸਨੀ ਭਾਜੀ ਨੇ ਗੱਲ ਕੀਤੀ ਵੀ ਕੀ ਔਕੜਾਂ ਸਾਨੂੰ ਆਉਂਦੀਆਂ ਨੇ ਬੱਚਿਆਂ ਨੂੰ ਛੱਡ ਕੇ ਆਉਣ ਲੈਣ ਨਾਲ। ਫਿਰ ਤੁਹਾਡਾ ਡੈਡੀਕੇਟਿਡਲੀ ਘੱਟੋ ਘੱਟ 2 ਘੰਟੇ ਦਾ ਤੁਸੀਂ ਕਲਾਸ ਤੇ ਦਓਗੇ, ਫਿਰ ਉਹ 2 ਘੰਟੇ ਤੁਸੀਂ ਨਾ ਘਰੇ ਆਉਣ ਜੋਗੇ ਹੋ, ਨਾ ਉੱਥੇ ਬਹਿਣ ਜੋਗੇ ਹੋ। ਫਿਰ ਹੋਰ ਬੜੀਆਂ ਐਕਟੀਵਿਟੀਜ਼ ਹੁੰਦੀਆਂ, ਕਿਉਂਕਿ ਬੱਚੇ ਆਸਟ੍ਰੇਲੀਅਨ ਸਕੂਲ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਆਲਰੇਡੀ, ਕੋਈ ਸਵਿਮਿੰਗ ਸਿੱਖ ਰਿਹਾ, ਕੋਈ ਟੈਨਿਸ ਸਿੱਖ ਰਿਹਾ, ਤੇ ਉਹ ਤੋਂ ਬਾਅਦ ਜੇ ਅਸੀਂ ਉਹਨੂੰ ਵੀਕਐਂਡ ਤੇ 3 ਘੰਟੇ ਡੈਡੀਕੇਟਿਡਲੀ ਸਕੂਲ ਦੇ, ਸਾਡੇ ਲਈ ਬਹੁਤ ਬੜਾ ਚੈਲੰਜ ਹੋ ਜਾਂਦਾ ਇਹ। ਤਾਂ ਕੋਵਿਡ ਦੇ ਦੌਰਾਨ ਜਦੋਂ ਸਾਰਾ ਕੁਝ ਬੰਦ ਸੀ, ਤਾਂ ਮੈਂ ਕਾਫੀ ਟਰਾਈ ਕੀਤੀ ਇੰਡੀਆ ਦੇ ਵਿੱਚ ਵੀ, ਇੱਥੇ ਵੀ ਕਿਸੇ ਤਰੀਕੇ ਆਨਲਾਈਨ ਜੇ ਹੋ ਜਾਵੇ, ਕਿਉਂਕਿ ਮੈਂ ਚਾਹੁੰਦਾ ਸੀ, ਮੈਨੂੰ ਇਹ ਤਾਂ ਪਤਾ ਵੀ ਆਨਲਾਈਨ ਇੱਕ ਲੌਂਗ ਪ੍ਰੋਸੈਸ ਨਹੀਂ ਹੈਗਾ, ਵੀ ਤੁਸੀਂ ਆਪਾਂ ਇਹ ਨਹੀਂ ਕਹਿ ਸਕਦੇ ਅਗਲਾ ਬੱਚਾ ਆਪਣਾ 7 ਸਾਲ ਆਨਲਾਈਨ ਹੀ ਸਿੱਖ ਰਿਹਾ। ਮੇਰਾ ਇਹ ਮੰਨਣਾ ਸੀ ਇੱਕ ਵਾਰ ਉਹਦਾ ਬੇਸ ਤਿਆਰ ਹੋ ਜਾਵੇ, ਉਹ ਤੋਂ ਬਾਅਦ ਉਹ ਸਕੂਲ ਜਦੋਂ ਮਾੜਾ ਮੋਟਾ ਆਪ ਆਉਣ ਜਾਣ ਵਰਗਾ ਲਾ ਜੇ, ਅਸੀਂ ਥੋੜੇ ਸੁਖਾਲੇ ਹੋ ਜਾਈਏ, ਤਾਂ ਸਾਡਾ ਆਹ ਟਾਈਮ ਵੇਸਟ ਨਾ ਹੋਵੇ ਜਿਹੜਾ ਕੋਵਿਡ ਦੇ ਦੌਰਾਨ। ਤਾਂ ਮੈਂ ਉੱਥੇ ਇੰਡੀਆ, ਸਾਡੇ ਮੈਡਮ ਹੈਗੇ ਨੇ ਇੱਕ, ਉਹਨਾਂ ਨਾਲ ਮੈਂ ਗੱਲ ਕੀਤੀ, ਤਾਂ ਚਾਂਸ ਦੀ ਗੱਲ ਹੈ ਉਹਨਾਂ ਦੇ ਸਕੂਲ ਵੀ ਕੋਵਿਡ ਦੌਰਾਨ ਬੰਦ ਹੋਏ ਸੀ ਉੱਥੇ, ਤਾਂ ਉਹ ਕਹਿੰਦੇ ਮੈਂ ਅਵੇਲੇਬਲ ਹੈਗੀ ਹਾਂ ਵੀ ਸਾਡੇ ਵੀ, ਪਰ ਥੋੜੀ ਜਿਹੀ ਦਿੱਕਤ ਸਾਨੂੰ ਇੰਟਰਨੈਟ ਵੱਲੋਂ ਜ਼ਰੂਰ ਆਈ ਸ਼ੁਰੂ ਦੇ ਵਿੱਚ, ਪਰ ਉਹ ਸਾਡਾ ਮਤਲਬ ਕਿ ਹਿਟ ਐਂਡ ਟਰਾਇਲ ਮੈਥਡ ਸੀਗਾ। ਪਰ ਹੁਣ ਵਧੀਆ ਹੀ ਸਾਡੇ ਸੰਡੇ ਨੂੰ ਸਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਜੇ ਫਰਜ਼ ਕਰੋ ਅਸੀਂ ਕਿਸੇ ਦੇ ਘਰੇ ਵੀ ਗਏ ਹੋਏ ਹਾਂ ਤਾਂ ਸਾਨੂੰ ਵਾਪਸ ਵੀ ਆਉਣਾ, ਜੇ ਮਾੜਾ ਮੋਟਾ ਲੇਟ ਹੋ ਗਏ ਸਾਨੂੰ ਫੋਨ ਕਰਕੇ ਕਹਿ ਦਈਦਾ ਵੀ ਪਲੀਜ਼ ਅੱਧਾ ਘੰਟਾ ਉੱਪਰ ਥੱਲੇ ਜੇ ਹੋ ਸਕਦਾ। ਕਈ ਵਾਰੀ ਉਹਨਾਂ ਨੂੰ ਕੋਈ ਕੰਮ ਆਉਣ ਪੈਂਦਾ, ਸਾਨੂੰ ਇੱਕ ਅੱਧਾ ਦਿਨ ਅੱਗੇ ਪਿੱਛੇ ਅਸੀਂ ਸੈਟਰਡੇ ਜਗ੍ਹਾ ਸੰਡੇ ਕਰ ਲੈਂਦੇ ਹਾਂ, ਹੈ ਨਾ। ਤੇ ਪਲੱਸ ਸਾਨੂੰ ਇਹਦੀ ਇੱਕ ਹੋਰ ਬਹੁਤ ਬੜੀ ਚੀਜ਼ ਹੈ ਕਿ ਉਹਨਾਂ ਨਾਲ ਸਾਡੀ ਇੰਟਰੈਕਸ਼ਨ 1-on-1 ਹੋ ਜਾਂਦੀ ਹੈ, ਸਾਡੇ ਬੱਚੇ ਨਾਲ ਵੀ ਤੇ ਸਾਡੇ ਨਾਲ ਵੀ ਐਜ਼ ਅ ਪੇਰੈਂਟ। ਪਰ ਉਰੇ ਲੱਗਦਾ ਜੇ ਸਕੂਲ ਬੱਚੇ ਨੂੰ ਛੱਡ ਦਿੰਦੇ ਹੋ ਤਾਂ ਉਹ ਵੀ ਇੱਕ ਬੜਾ ਚੈਲੰਜ ਹੈ ਵੀ ਤੁਸੀਂ ਟੀਚਰ ਕੋਲ ਜਾ ਕੇ ਉਹਦਾ ਰਿਪੋਰਟ ਕਾਰਡ ਮੰਗਣਾ, ਉਹਨੂੰ ਪੁੱਛਣਾ, ਪ੍ਰੋਬਲਮ ਦੱਸਣੀ, ਉਹ ਵੀ ਆਪਣੇ ਆਪ 'ਚ ਇੱਕ
आई वुड से कि टाइम वेस्टिंग एक्टिविटी हो जाती है जी। तो वो सारी चीज़ों को देखते हुए फिलहाल मैं ਇਹਦਾ ਇੱਕ ਟੈਂਪਰੇਰੀ ਸੋਲੂਸ਼ਨ ਤਾਂ ਇਹੀ ਕੱਢਿਆ ਵੀ ਜਿੰਨੀ ਦੇਰ ਬੱਚਾ ਕਹਿ ਲਓ, ਹੁਣ ਮੇਰਾ ਬੱਚਾ 8 ਸਾਲ ਦਾ ਤੇ ਮੈਨੂੰ ਇਹ ਲੱਗਦਾ ਮੈਂ 2-3 ਸਾਲ ਉਹਦਾ ਬੇਸ ਹੋਰ ਬਣਾਉਣ ਵਾਸਤੇ, ਜਿੱਥੇ ਉਹਨੂੰ ਪੰਜਾਬੀ ਨਾਲ ਪਿਆਰ ਪੈ ਜਾਵੇ, ਆਪਣੇ ਦਾਦੇ ਨਾਨਿਆਂ ਨਾਲ, ਦਾਦਾ ਦਾਦੀ ਨਾਨਾ ਨਾਨੀ ਨਾਲ ਗੱਲਬਾਤ ਕਰਨ ਜੋਗਾ ਵਧੀਆ ਹੋ ਜਾਵੇ, ਤਾਂ ਮੈਨੂੰ ਲੱਗਦਾ ਅਗਰ ਮੈਂ ਉਸ ਚੀਜ਼ ਨੂੰ ਅਚੀਵ ਕਰ ਲੈਣਾ, ਮੈਂ ਕਹਿੰਦਾ ਵੀ ਮੈਂ ਉਸ ਚੀਜ਼ 'ਚ ਕਾਮਯਾਬ ਮੰਨੂਗਾ ਆਪਣੇ ਆਪ ਨੂੰ। ਕਿਉਂਕਿ ਇਹਦੇ ਨਾਲ ਇੱਕ ਹੋਰ ਵੀ ਚੀਜ਼ ਹੈ, ਬੱਚਾ ਇੱਕ ਹੋਰ ਵੀ ਲੈਂਗੁਏਜ ਵੱਲ ਉਹਦੇ ਲਈ ਰਸਤਾ ਖੁੱਲ ਜਾਂਦਾ। ਹੁਣ ਜਿਵੇਂ ਮੇਰਾ ਬੱਚਾ, ਉਹਦੇ ਸਕੂਲ ਦੇ ਵਿੱਚ ਇਟਾਲੀਅਨ ਸਿਖਾਈ ਜਾਂਦੀ ਹੈ, ਤਾਂ ਉਹਦੇ ਕੋਲ ਉਹ ਵੀ ਆਪਸ਼ਨ ਹੈਗੀ ਵੀ ਪੰਜਾਬੀ ਆਨਲਾਈਨ ਸਿੱਖ ਰਿਹਾ ਤੇ ਇਟਾਲੀਅਨ ਲੈਂਗੁਏਜ ਸਕੂਲ 'ਚ ਸਿੱਖ ਸਕਦਾ। ਨਹੀਂ ਤਾਂ ਸਾਨੂੰ ਵੀ ਇੱਕ ਟੈਨਸ਼ਨ ਰਹਿਣੀ ਸੀ ਵੀ ਇਹਨੇ ਇੰਗਲਿਸ਼ ਵੀ ਸਿੱਖ ਲਈ, ਇਟਾਲੀਅਨ ਵੀ ਸਿੱਖ ਲਈ, ਵੀ ਅਸੀਂ ਤਾਂ ਪਿੱਛੇ ਰਹਿ ਗਏ ਪੰਜਾਬੀ। ਹਾਂਜੀ ਸੰਜੇ ਜੀ, ਤੁਸੀਂ ਹਾਂ ਬਹੁਤ ਵਧੀਆ ਗੱਲ ਕੀਤੀ। ਮੈਂ ਆ ਰਿਹਾ ਤੁਹਾਡੀ ਗੱਲ ਤੇ। ਦੋ ਅਹਿਮ ਇਹਦੇ 'ਚ ਮੁੱਦੇ ਨੇ। ਆਸਟ੍ਰੇਲੀਆ 'ਚ ਬੈਠ ਕੇ ਪੰਜਾਬੀ ਸਕੂਲ ਦੇ ਹੁੰਦਿਆਂ ਹੋਇਆਂ ਸੰਜੇ ਨੇ ਪੰਜਾਬ ਤੋਂ ਆਨਲਾਈਨ ਟਿਊਸ਼ਨ ਜਿਹੜੀ ਕਿ ਆਪਣੇ ਬੱਚੇ ਲਈ ਕੀਤੀ, ਉਹ ਆਪਣੇ ਆਪ 'ਚ ਯੂਨੀਕ ਹੈ। ਇਹ ਇੱਕ ਨਵੀਆਂ ਅਪਰਚੁਨਿਟੀਜ਼ ਜਿਹੜੀਆਂ ਗਲੋਬਲਾਈਜੇਸ਼ਨ ਜਿਹੜਾ ਵਰਡ ਹੋ ਰਿਹਾ, ਜਿਹੜਾ ਡਿਜੀਟਲ ਵਰਡ ਹੋ ਰਿਹਾ, ਉਹਦੇ 'ਚ ਨਿਕਲ ਰਹੀਆਂ ਨੇ। ਜਿਹੜੇ ਬੰਦੇ ਪੰਜਾਬ ਦੇ ਵਿੱਚ ਬੈਠੇ ਨੇ, ਚਾਹੇ ਉਹ ਲਹਿੰਦੇ ਜਾਂ ਚੜ੍ਹਦੇ ਪੰਜਾਬ 'ਚ ਬੈਠੇ ਨੇ, ਦੁਨੀਆ ਭਰ ਦੇ ਉਹ ਪੰਜਾਬੀਆਂ ਨੂੰ ਪੰਜਾਬੀ ਸਿਖਾਉਣ ਦਾ ਉਪਰਾਲਾ ਕਰ ਸਕਦੇ ਆ। ਸੰਜੇ, ਆਨਲਾਈਨ ਬੰਦੇ ਲੱਭਣ ਦੇ ਜਿਹੜੇ ਟੀਚਰ ਸਨ, ਉਹਨਾਂ ਕੋਲੋਂ ਕੋਈ ਫੈਸਿਲਿਟੀ ਸੀਗੀ ਕਿ ਦੇ ਵਰ ਕੈਪੇਬਲ ਟੂ ਟੀਚ ਯੂ ਆਨਲਾਈਨ, ਜਾਂ ਉਹਨਾਂ ਨੂੰ ਤੁਹਾਨੂੰ ਕੁਝ ਫੈਸਿਲਿਟੀ ਸਮਝਾਉਣੀ ਪਈ ਜਾਂ ਕਹਿਣਾ ਪਿਆ, ਜਾਂ ਅਜੇ ਲੱਗ ਰਿਹਾ ਕਿ ਉਹ ਹੋਰ ਬੈਟਰ ਕਰ ਸਕਦੇ ਨੇ? ਨਹੀਂ ਜੀ, ਮੈਂ ਉਹਨਾਂ ਨੂੰ ਕੁਝ ਕਿਤਾਬਾਂ ਦੱਸੀਆਂ। ਹੁਣ ਪ੍ਰੋਬਲਮ ਫਿਰ ਉੱਥੇ ਆ ਕੇ ਖੜ ਜਾਂਦੀ ਹੈ ਵੀ ਉੱਥੇ ਲਾਕਡਾਊਨ ਲੱਗੇ ਹੋਣ ਕਰਕੇ ਉਹ ਮੈਨੂੰ ਕੋਰੀਅਰ ਨਹੀਂ ਕਰ ਪਾਏ ਕਿਤਾਬਾਂ ਕੁਝ। ਪਰ ਚੰਗੀ ਗੱਲ ਇਹ ਰਹੀ ਵੀ ਸਾਡੇ ਕੋਲ ਜਨਮੇਜਾ ਜੌਲਜੀ ਦੀਆਂ ਦਿੱਤੀਆਂ ਕਿਤਾਬਾਂ ਕਾਫੀ ਪਈਆਂ ਸੀ, ਤਾਂ ਮੈਂ ਉਹਨਾਂ ਨੂੰ ਕੀ ਕਰਦਾ ਵੀ ਉਹਦੀ ਪ੍ਰਿੰਟ ਆਊਟ ਕੱਢ ਕੇ ਜਾਂ ਫੋਟੋ ਖਿੱਚ ਕੇ ਉਹਨਾਂ ਨੂੰ ਭੇਜ ਦਿੰਦਾ। ਤਾਂ ਉਹਨਾਂ ਨੂੰ ਕਹਿੰਦਾ ਵੀ ਅੱਜ ਤੁਸੀਂ ਆਹ ਕਰਾਣੇ ਆ 5 ਪੇਜ, ਤਾਂ ਜਾਂ ਉਹ ਮੈਨੂੰ ਕਹਿ ਦਿੰਦੇ ਨੇ ਵੀ ਉਹ ਵਾਲੇ ਪੇਜ ਦੇ ਵਿੱਚੋਂ ਤੁਸੀਂ ਆਪਣੇ ਬੱਚੇ ਨੂੰ ਆਹ ਵਾਲਾ ਹੋਮਵਰਕ ਦਿੱਤਾ, ਤੁਸੀਂ ਆਹ ਕਰਾ ਦਿਓ। ਤਾਂ ਇੱਦਾਂ ਕਹਿ ਲਓ ਜੀ, ਹਲੇ ਫਿਲਹਾਲ ਇੱਦਾਂ ਚੱਲ ਜਾਂਦਾ। ਤਾਂ ਕੋਸ਼ਿਸ਼ ਕਰ ਰਿਹਾ ਮੈਂ ਇਸ ਨੂੰ ਥੋੜਾ ਸਟ੍ਰੀਮਲਾਈਨ ਜੇ ਉਹ ਕਰ ਪਾਉਣ, ਵੀ ਇਹਦਾ ਕੋਈ ਇੱਕ ਨਾਟ ਆਫੀਸ਼ੀਅਲੀ ਬਟ ਇੱਕ ਅਨਆਫੀਸ਼ੀਅਲ ਆਪਾਂ ਸਿਲੇਬਸ ਜਿਹਾ ਬਣਾ ਸਕਦੇ ਹਾਂ, ਜਿਹਦੇ ਨਾਲ ਬੱਚਾ ਸ਼ੁਰੂਆਤੀ ਜਿਹੜੀਆਂ ਆਪਣੀਆਂ ਔਖਿਆਈਆਂ ਹੁੰਦੀਆਂ ਨੇ ਪੰਜਾਬੀ ਨੂੰ ਕਰਨ 'ਚ ਸਫਲ ਹੋ ਜਾਵੇ। ਸਿਲੇਬਸ ਦੀ ਗੱਲ ਤੁਸੀਂ ਕੀਤੀ, ਆਨਲਾਈਨ ਐਜੂਕੇਸ਼ਨ ਦੀ ਗੱਲ ਕੀਤੀ। ਸਨੀ, ਜਿਵੇਂ ਤੁਹਾਡਾ ਤੁਸੀਂ ਬੇਟੇ ਨੂੰ ਸਕੂਲ ਨਾ ਹੋਣ ਦੀ ਗੱਲ ਕੀਤੀ, ਜਾਂ ਕਿਰਨ ਤੁਸੀਂ ਵਿੱਚ ਦੱਸ ਸਕਦੇ ਹੋ, ਤੁਹਾਨੂੰ ਲੱਗਦਾ ਵੀ ਸਾਡੇ ਕੋਲੋਂ ਬੱਚਿਆਂ ਦੇ ਲਈ ਰਿਸੋਰਸ ਮਟੀਰੀਅਲ ਆਸਟ੍ਰੇਲੀਆ ਦੇ ਵਿੱਚ ਈਜ਼ੀਲੀ ਅਵੇਲੇਬਲ ਹੈ ਪੜ੍ਹਾਉਂਦੇ? ਜੇ ਮੰਨ ਲਓ ਜੀ ਤੁਸੀਂ ਐਜ਼ ਏ ਪੇਰੈਂਟਸ ਤੁਸੀਂ ਦੇਖਦੇ ਹੋ ਜੀ, ਮੈਂ ਆਪਣੇ ਬੇਟੇ ਨੂੰ ਪੰਜਾਬੀ ਸਿਖਾਉਣੀ, ਮੈਂ ਕਿਤਾਬ ਲਵਾਂ ਜਾਂ ਕਿਹਤਾ ਲਵਾਂ, ਤੁਹਾਨੂੰ ਲੱਗਦਾ ਵੀ ਅਵੇਲੇਬਲ ਈਜ਼ੀਲੀ? ਹਾਂਜੀ, ਦੇਖੋ ਜੀ, ਆਸਟ੍ਰੇਲੀਆ 'ਚ ਜੀ ਮੈਨੂੰ ਲੱਗਦਾ ਹੈਗੇ ਆ, ਸਾਡੇ ਕੋਲ ਬੈਲਰੇਟ 'ਚ ਇੱਕ ਭੈਣ ਜੀ ਹੈਗੇ, ਉਹਨਾਂ ਕੋਲ ਉਹਨਾਂ ਦੀ ਬੁੱਕ ਸ਼ਾਪ ਹੈਗੀ ਆ, ਅਸੀਂ ਉਹਨਾਂ ਤੋਂ ਮੰਗਵਾ ਸਕਦੇ ਜੇ ਤੁਸੀਂ ਮੰਗਵਾਉਣੇ। ਲੇਕਿਨ ਮੈਨੂੰ ਲੱਗਦਾ ਆਨਲਾਈਨ ਸੋਰਸਿਸ ਬਹੁਤ ਹੈ। ਜਿੱਦਾਂ ਮੈਂ ਹੁਣੇ ਇੰਸਟਾਗ੍ਰਾਮ ਤੇ ਇੱਕ ਭਾਜੀ ਮੈਨੂੰ ਮਿਲੇ ਸੀ, ਉਹਨਾਂ ਤੋਂ ਮੈਂ ਕੁਝ ਕਿਤਾਬਾਂ ਮੰਗਾਈਆਂ, ਕੁਝ ਆਪਣੇ ਲਈ ਵੀ ਮੰਗਾਈਆਂ। ਜਿੱਦਾਂ ਅਸੀਂ ਗਦਰੀ ਬਾਬੇ ਕੌਣ ਸਨ ਨਾ, ਤੇ ਏਦਾਂ ਦੀਆਂ ਹੋਰ, ਤੇ ਨਾਲ ਕਾਇਦੇ ਕੁਝ ਮੰਗਾਏ ਸੀਗੇ ਮੈਂ। ਤੇ ਮੈਂ ਇੰਸਟਾਗ੍ਰਾਮ ਤੇ ਮੈਨੂੰ ਏਦਾਂ ਪਤਾ ਲੱਗਿਆ, ਤੇ ਉਸ ਤੋਂ ਬਾਅਦ ਮੈਂ ਆਨਲਾਈਨ ਮੰਗਵਾਇਆ। ਉਹਨਾਂ ਨੇ ਕੋਵਿਡ ਦੇ ਟਾਈਮ ਵੀ ਭੇਜਤੀਆਂ, ਪਰ ਹੁਣ ਓਬਵੀਅਸਲੀ ਕੋਈ ਰਿਸਕ ਲੈ ਲੈਂਦਾ, ਕੋਈ ਨਹੀਂ ਲੈਂਦਾ, ਤੇ ਮੈਨੂੰ ਲੱਗਦਾ ਉਹਨਾਂ ਨੇ ਲੈ ਲਿਆ, ਤੇ ਮੈਂ ਉੱਥੇ ਪੇਮੈਂਟ ਉਹਨਾਂ ਦੀ ਜਿੱਦਾਂ ਹੋ ਗਿਆ ਸੀਗਾ ਜੀ। ਤੇ ਮੈਨੂੰ ਲੱਗਦਾ ਇੱਥੇ ਅਜੇ ਥੋੜਾ ਜਿਹਾ ਸਾਨੂੰ ਅਜੇ ਜਿਨ੍ਹਾਂ ਦੀਆਂ ਸ਼ਾਪਸ ਵਗੈਰਾ ਹੈਗੀਆਂ, ਜ਼ਿਆਦਾ ਸਾਨੂੰ ਅਜੇ ਉਹਨਾਂ ਦਾ ਕੁਝ ਪਤਾ ਨਹੀਂ ਹੈ, ਜਾਂ ਫਿਰ ਮੈਨੂੰ ਸਿਰਫ ਇੱਕ ਭੈਣ ਜੀ ਦਾ ਪਤਾ ਜਿਨ੍ਹਾਂ ਨੇ ਸਾਡੇ ਇੰਸਟਾਲ ਲਾਈ ਸੀਗੀ ਇੱਕ ਮੇਲੇ 'ਚ। ਜਸਵੀਰ ਜੱਸੀ ਧਾਲੀਵਾਲ ਦੀ ਗੱਲ ਕਰ ਰਹੇ ਹੋ? ਹਾਂਜੀ। ਤੇ ਫਿਰ ਪਰ ਇੱਥੇ ਆਪਸ਼ਨਸ ਘੱਟ ਜਾਂਦੀਆਂ, ਕਿਉਂਕਿ ਇੰਡੀਆ 'ਚ ਅਸੀਂ ਆਪਸ਼ਨਸ ਸਾਨੂੰ ਸਾਰੀ ਮਿਲ ਜਾਂਦੀ। ਜੇ ਤੁਸੀਂ ਕੋਈ ਵੀ ਕਿਤਾਬ ਮੰਗਾਣੀ ਹੈ ਤਾਂ ਉਹ ਇੱਕ ਦੁਕਾਨ ਤੋਂ ਨਹੀਂ ਦੂਜੀ ਦੁਕਾਨ ਤੋਂ ਲੈ ਕੇ ਤੁਹਾਨੂੰ ਭੇਜ ਦਿੰਦੇ ਆ। ਪਰ ਇੱਥੇ ਤੁਹਾਡੇ ਕੋਲ ਲਿਮਿਟਿਡ ਹੀ ਸਟਾਕ ਹੁੰਦਾ, ਤੇ ਉਸ ਹਿਸਾਬ ਨਾਲ ਤੁਹਾਨੂੰ ਆਪਣਾ ਸਾਰਨਾ ਪੈਂਦਾ ਜੀ। ਹਾਂ, ਮੈਂ ਸਮਝਦਾ ਸੰਜੇ ਨੇ ਜਿਵੇਂ ਜ਼ਿਕਰ ਕੀਤਾ, ਜਨਮੇਜਰ ਸਿੰਘ ਜੌਲ ਉਹਨਾਂ ਨੇ ਬਹੁਤ ਬੁਨਿਆਦੀ ਕੰਮ ਕੀਤੇ ਨੇ, ਔਰ ਉਹ ਆਸਟ੍ਰੇਲੀਆ ਵੀ ਆਉਂਦੇ ਜਾਂਦੇ ਰਹਿੰਦੇ ਨੇ। ਤੇ ਸੰਜੇ ਜੀ ਵੀ ਜਿਵੇਂ ਉਹਨਾਂ ਨਾਲ ਗੱਲ ਕੀਤੀ, ਤੁਸੀਂ ਉਹਨਾਂ ਰਿਸੋਰਸ ਲੈ ਸਕਦੇ ਹੋ। ਪਰ ਸਟੈਂਡਰਡਾਈਜ਼ ਮਟੀਰੀਅਲ ਬੱਚਿਆਂ ਦੇ, ਆਸਟ੍ਰੇਲੀਅਨ ਬੱਚਿਆਂ ਦੇ ਹਿਸਾਬ ਨਾਲ ਮਟੀਰੀਅਲ ਦੀ ਲੋੜ ਆ। ਕਿਰਨ, ਤੁਹਾਨੂੰ ਕੋਈ ਇਹਦੇ ਬਾਰੇ ਕੋਈ ਜਾਣਕਾਰੀ ਕੁਝ ਕਹਿਣਾ ਚਾਹੁੰਦੇ ਹੋ? ਫਿਲਹਾਲ ਨਹੀਂ, ਹਾਂਜੀ, ਇੰਨੇ ਰਿਸੋਰਸਿਸ ਸਾਡੇ ਕੋਲ ਅਵੇਲੇਬਲ ਨਹੀਂ ਹਨ। ਪਰ ਮੈਂ ਥੋੜਾ ਪਿੱਛੇ ਇਹਨਾਂ ਨੇ ਗੱਲ ਕੀਤੀ ਕਿ ਸਕੂਲਸ ਦੀ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਕਿਵੇਂ ਨਾ ਕਿਵੇਂ ਇੱਕ ਜੋ ਅੱਜ ਦੇ ਟਾਈਮ ਵਿੱਚ ਜੋ ਮੈਂ ਅਬਜ਼ਰਵ ਕੀਤਾ ਜਾਂ ਅਸੀਂ ਦੇਖਿਆ ਕਿ ਇੱਕ ਚੱਲ ਰਿਹਾ ਕਿ ਮਾਂ ਬੋਲੀ ਦੇ ਨਾਲ ਜੁੜਨ ਦੇ ਲਈ ਬੱਚੇ, ਜਿਵੇਂ ਕਿ ਭੰਗੜਾ ਤੇ ਫੋਕ ਜਿਹੜੀਆਂ ਸਾਡੀਆਂ ਆਈਟਮਸ ਨੇ, ਉਹਨਾਂ ਵਿੱਚ ਆ ਰਹੇ ਨੇ। ਤੇ ਕਿੰਡਰਗਾਰਡਨ, ਚਾਹੇ ਉਹ ਬੇਸਿਕਲੀ ਇੱਥੋਂ ਦੇ ਮੌਂਟੇਸਰੀ ਦੇ ਇੱਥੋਂ ਦੇ ਲੈਵਲ ਦੇ ਨੇ, ਪਰ ਫਿਰ ਵੀ ਉਹ ਲੋਕ ਇਸ ਚੀਜ਼ ਨੂੰ ਪ੍ਰੈਫਰੈਂਸ ਦਿੰਦੇ ਨੇ। ਜਿਵੇਂ ਕਿ ਮੈਂ ਥੀਏਟਰ ਦੇ ਨਾਲ ਜੁੜੀ ਹਾਂ, ਮੈਂ ਇੰਸਟਰਕਟਰ ਵੀ ਹਾਂ, ਇੱਕ ਫੋਕ ਡਾਂਸ ਦੀ ਇੰਸਟਰਕਟਰ ਵੀ ਹਾਂ ਗਿੱਧਾ ਭੰਗੜਾ ਦੇ ਵਿੱਚ। ਤਾਂ ਉਹ
ਇਸ ਚੀਜ਼ ਨੂੰ ਬੜਾ ਯੂਜ਼ ਕਰਦੇ ਨੇ। ਜਦੋਂ ਸਾਡੇ ਵਿੱਚ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੀ ਗੱਲ ਆਉਂਦੀ ਹੈ ਤਾਂ ਉਹ ਇਸ ਚੀਜ਼ ਨੂੰ ਬਹੁਤ ਐਪਰੀਸ਼ੀਏਟ ਕਰਦੇ ਨੇ, ਕਿਉਂਕਿ ਮਲਟੀਕਲਚਰਲਿਜ਼ਮ ਹੋਣ ਦੇ ਕਰਕੇ ਇੱਥੇ ਤੁਹਾਨੂੰ ਪਤਾ ਹੈ ਕਿ ਸਾਡੇ ਕਿੰਡਰਗਾਰਟਨ ਦੇ ਵਿੱਚ, ਪ੍ਰਾਇਮਰੀ ਸਕੂਲ ਦੇ ਵਿੱਚ, ਉਹ ਹਰ ਚਾਹੇ ਕੋਈ ਰਿਲੀਜਨ ਹੈ, ਚਾਹੇ ਉਹ ਕੰਟਰੀ ਵਾਈਜ਼ ਹੈ, ਤਾਂ ਉਹ ਹਰ ਫੈਸਟੀਵਲ ਨੂੰ ਇੱਥੇ ਆਰਗੇਨਾਈਜ਼ ਕਰਦੇ ਨੇ, ਜਿਵੇਂ ਸਾਡੇ ਦੀਵਾਲੀ, ਵਿਸਾਖੀ, ਹਰ ਇੱਕ ਚੀਜ਼ ਨੂੰ। ਤਾਂ ਉੱਥੇ ਫਿਰ ਗੱਲ ਆਉਂਦੀ ਹੈ ਕਿ ਸਾਡੇ ਫੋਕ ਡਾਂਸਿਸ ਦੀ, ਭੰਗੜੇ ਨੂੰ ਬਹੁਤ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਤਾਂ ਉਹ ਭੰਗੜੇ ਦੇ ਨਾਲ ਨਾਲ ਕਿਤੇ ਨਾ ਕਿਤੇ ਫਿਰ ਸਾਡੀ ਬੋਲੀ ਦੀ ਗੱਲ ਆਉਂਦੀ ਹੈ। ਤਾਂ ਫਿਰ ਇਹ ਚੀਜ਼ਾਂ ਸ਼ਾਇਦ ਸਾਡੀ ਮਾਂ ਬੋਲੀ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ, ਜਿਵੇਂ ਕਿ ਹੁਣ ਸੈਂਸਸ ਦੀ ਗੱਲ ਹੋ ਰਹੀ ਹੈ, ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਹਾਂ, ਜੇ ਜਿੰਨਾ ਵੀ ਅਸੀਂ ਇਹਨੂੰ ਦੇਈਏ ਕਿ ਹਾਂ ਅਸੀਂ ਸਾਡੀ ਜਿਹੜੀ ਮਾਂ ਬੋਲੀ ਹੈ, ਜਿਹੜੀ ਘਰ ਵਿੱਚ ਬੋਲੀ ਜਾਣ ਵਾਲੀ ਜਿਹੜੀ ਸੈਕੰਡ ਲੈਂਗੁਏਜ ਹੈ ਸਾਡੀ ਪੰਜਾਬੀ ਹੈ, ਤਾਂ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਸਾਡੇ ਜਿਹੜੇ ਆਸਟ੍ਰੇਲੀਅਨ ਸਕੂਲਸ ਨੇ ਸਾਡੀ ਬੋਲੀ ਨੂੰ ਇਸ ਵਿੱਚ ਜਗ੍ਹਾ ਦੇਣ। ਤਾਂ ਮੈਂ ਇਹ ਗੱਲ ਕਰਨਾ ਚਾਹੁੰਦੀ ਸੀ ਕਿ ਸਾਡੀਆਂ ਜਿਹੜੀਆਂ ਮਤਲਬ ਸਾਡੇ ਡਾਂਸਿਸ ਨੇ, ਸਾਡਾ ਮਿਊਜ਼ਿਕ ਹੈ, ਉਹ ਵੀ ਕਿਤੇ ਨਾ ਕਿਤੇ ਦਾ ਬਹੁਤ ਵੱਡਾ ਪਾਰਟ ਹੈ ਜਿਹੜਾ ਉਹ ਅਦਾ ਕਰ ਰਿਹਾ। ਤੇ ਸ਼ਾਇਦ ਜੇ ਇਹਨਾਂ ਚੀਜ਼ਾਂ ਨੂੰ ਵੀ ਅੱਗੇ ਲਿਆਂਦਾ ਜਾਵੇ ਤਾਂ ਸ਼ਾਇਦ ਉਹ ਇਸ ਚੀਜ਼ ਨੂੰ ਮਤਲਬ ਕਿ ਸਾਡੇ ਲਈ ਕਾਫੀ ਹੈਲਪਫੁਲ ਜਿਹੜਾ ਉਹ ਸਾਬਤ। ਸੰਜੇ, ਤੁਸੀਂ ਕੁਝ ਕਹਿਣਾ ਚਾਹੁੰਦੇ? ਬਾਤ ਜੀ, ਮੈਂ ਤਾਂ ਰਿਸੋਰਸਿਸ ਦੀ ਗੱਲ ਛੇੜੀ ਸੀ ਜੀ। ਮੈਂ ਆਪਣੇ ਆਪ ਨੂੰ ਵੀ ਉਹਦੇ ਵਿੱਚ ਹੀ ਗਿਣਦਾ ਜੀ ਕਿ ਅਸੀਂ ਜਦੋਂ ਕਿਤਾਬ ਖਰੀਦਣ ਦਾ ਸਮਾਂ ਹੁੰਦਾ, ਅਸੀਂ $10 ਜਾਂ $15 ਖਰਚਣ ਲੱਗੇ ਵੀ ਅਸੀਂ ਸੋਚਦੇ ਹਾਂ, ਜਦ ਕਿ ਅਸੀਂ ਬਾਹਰ ਜਾਈਏ ਕਿਤੇ ਸਾਨੂੰ ਖਾਣ ਪੀਣ ਲੱਗੇ ਅਸੀਂ ਪਤਾ ਨਹੀਂ ਕਿੰਨੇ ਪੈਸੇ ਉਡਾ ਦਿੰਦੇ ਹਾਂ ਇੱਦਾਂ। ਤਾਂ ਉਹਦੇ ਕਰਕੇ ਉਹ ਵੀ ਇੱਕ ਕਾਰਨ ਹੈ ਵੀ ਲੋਕੀ ਉਰੇ ਕਈਆਂ ਨੇ ਕੰਮ ਸਟਾਰਟ ਕੀਤਾ, ਮੈਂ ਕਈਆਂ ਨੂੰ ਜਾਣਦਾ ਜੀ, ਪਰ ਉਹਨਾਂ ਨੂੰ ਫਿਰ ਕੰਮ ਇਵੈਂਚੁਅਲੀ ਬੰਦ ਕਰਨਾ ਪਿਆ ਕਿਉਂਕਿ ਆਪਣੀ ਕਮਿਊਨਿਟੀ ਦੇ ਲੋਕਾਂ ਦਾ ਰਿਸਪੌਂਸ ਘੱਟ ਸੀਗਾ। ਤਾਂ ਇਹਦੇ ਉੱਤੇ ਚਲੋ ਫੇਰ ਕਦੀ ਗੱਲ ਕਰਾਂਗੇ ਜੀ, ਪਰ ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਜੇ ਕੋਈ ਬੰਦਾ ਕੰਮ ਕਰਦਾ ਉਹਨੂੰ ਥੋੜੀ ਜਿਹੀ ਹੱਲਾਸ਼ੇਰੀ ਦੇਣ ਦੀ ਵੀ ਲੋੜ ਆ ਸਾਨੂੰ। ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਆਨਲਾਈਨ ਉਹਨੂੰ ਪੜ੍ਹਾਇਆ ਸੀ ਬੇਟੇ ਨੂੰ, ਉਹਦੇ 'ਚ ਕੋਈ ਤੁਹਾਨੂੰ ਫਰਕ ਨਜ਼ਰ ਪਿਆ ਆਨਲਾਈਨ ਪੜ੍ਹਾਉਣ ਜਦੋਂ ਤੁਸੀਂ ਸ਼ੁਰੂ ਕੀਤੀ? ਅੱਜ ਕਿੰਨਾ ਲਗਭਗ 1 ਸਾਲ ਹੋ ਗਿਆ ਉਹਨੂੰ ਆਨਲਾਈਨ ਪੜ੍ਹਦੇ ਨੂੰ? ਹਾਂਜੀ। ਜੇ 1 ਸਾਲ ਹੋ ਗਿਆ ਤਾਂ ਉਹਦੇ ਵਿੱਚ ਤੁਹਾਨੂੰ ਲੱਗਦਾ ਵੀ ਉਹਨੂੰ ਕੁਝ ਗੇਨ ਹੋਇਆ ਜਾਂ ਉਹਦੇ ਬਿਹੇਵੀਅਰ ਚੇਂਜ ਨਜ਼ਰ ਆਈ? ਸਾਲ ਤੋਂ ਘੱਟ ਕਹੂੰਗਾ ਜੀ, ਸਮਾਂ ਹੋਇਆ। ਤੇ ਉਹਦੇ ਵਿੱਚ ਜਿਹੜੀ ਚੇਂਜ ਇਹ ਆਈ ਹੈ ਵੀ ਉਹਦੀ ਅਸੈਪਟੈਂਸ ਵਧੀਆ ਜੀ ਬੋਲੀ ਨੂੰ ਲੈ ਕੇ। ਪਹਿਲਾਂ ਉਹਨੂੰ ਐਂ ਲੱਗਦਾ ਸੀ ਵੀ ਪੰਜਾਬੀ ਬੋਲੀ ਤਾਂ ਇਹਦੀ ਹੈ, ਇਹਨਾਂ ਦੀ ਹੈ, ਇਹ ਮੇਰੇ ਪੇਰੈਂਟਸ ਨੇ, ਇਹਨਾਂ ਦੀ ਹੈ ਪੰਜਾਬੀ ਬੋਲੀ, ਵੀ ਸਾਡੀ ਤਾਂ ਇੰਗਲਿਸ਼ ਹੈ। ਉਹਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਗੱਲ ਕਰਨੀ ਤਾਂ ਜਦੋਂ ਇੰਗਲਿਸ਼ 'ਚ ਗੱਲ ਕਰਦੇ ਮੈਂ ਹਮੇਸ਼ਾ ਟੋਕਦਾ ਹੁੰਦਾ, ਮੈਂ ਕਿਹਾ ਤੁਸੀਂ ਪੰਜਾਬੀ 'ਚ ਕਿਉਂ ਨਹੀਂ ਗੱਲ ਕਰਦੇ? ਉਹ ਹਮੇਸ਼ਾ ਨੂੰ ਮੈਂ ਕੁਐਸਚਨ ਕਰਦਾ ਸੀ ਕਿ ਪਾਪਾ ਵੀ ਅਸੀਂ ਤਾਂ ਇੰਗਲਿਸ਼ 'ਚ ਟਾਕ ਕਰਾਂਗੇ ਨਾ। ਹੁਣ ਮੈਂ ਦੇਖਿਆ ਮੇਨ ਚੇਂਜ ਅਸੈਪਟੈਂਸ ਨੂੰ ਲੈ ਕੇ ਆ ਗਿਆ, ਉਹਦੀ ਅਸੈਪਟੈਂਸ ਵੱਧ ਗਈ ਹੈ। ਤੇ ਉਹ ਹੁਣ ਸਾਨੂੰ ਬੈਕ ਕੁਐਸਚਨ ਨਹੀਂ ਕਰਦਾ ਕਿ ਅਸੀਂ ਨਹੀਂ ਜੀ ਇਸ ਤਾਂ ਇੰਗਲਿਸ਼ 'ਚ ਗੱਲ ਕਰਨੀ ਹੈ, ਜਾਂ ਉਹ ਐਗਰੀ ਕਰਦਾ ਵੀ ਠੀਕ ਹੈ, ਇਟਸ ਓਕੇ, ਇਟਸ ਪਾਰਟ ਆਫ ਮਾਈ ਲਾਈਫ ਐਜ਼ ਵੈਲ, ਜਿਹੜਾ ਕਿ ਮੈਨੂੰ ਲੱਗਿਆ ਚੇਂਜ। ਬਾਕੀ ਉਹਦੀਆਂ ਅਸੀਂ ਪੋਇਮਸ ਵਗੈਰਾ ਦੇ ਉੱਤੇ ਹੋਲਡਿੰਗ, ਉਹਦੇ ਸ਼ਬਦਾਂ ਦੇ ਉੱਤੇ ਪਕੜ ਜਿਹੜੀ ਹੈ, ਉਹਦੇ 'ਚ ਸਾਨੂੰ ਫਰਕ ਨਜ਼ਰ ਆਉਣ ਲੱਗਿਆ। ਕੁਝ ਉਹ ਕਹਾਵਤਾਂ ਨੂੰ ਮਿਕਸ ਕਰ ਦਿੰਦਾ, ਪਰ ਆਪਣੇ ਆਪ ਹੁਣ ਬਣਾਉਣੀਆਂ ਉਹਨੇ ਸਟਾਰਟ ਕਰਤੀਆਂ ਨੇ। ਤੇ ਇਹ ਕੁਝ ਚੀਜ਼ਾਂ ਨੇ ਮੈਂ ਦੇਖ ਰਿਹਾ ਜੀ, ਫਰਕ ਤਾਂ ਹੈ ਹੀ ਹੈ। ਸੋ ਇਹ ਬਹੁਤ ਵਧੀਆ ਮਿਸਾਲ ਹੈ ਜੀ ਪੂਰੀ ਦੁਨੀਆ ਦੇ ਲੋਕਾਂ ਲਈ। ਅੱਜ ਅਸੀਂ ਆਨਲਾਈਨ ਲਾਈਵ ਗੱਲ ਕਰ ਰਹੇ ਹਾਂ ਕਿ ਬਹੁਤ ਚੰਗੀਆਂ ਸੰਭਾਵਨਾਵਾਂ ਨੇ। ਜਿੱਥੇ ਕਰੋਨਾ ਦੇ ਕਰਕੇ ਕੁਝ ਕੰਮ ਸਾਡੇ ਇਫੈਕਟ ਹੋਏ ਨੇ, ਉੱਥੇ ਨਵੀਂ ਅਪਰਚੁਨਿਟੀ ਜਿਹੜੀ ਨਿਕਲੀ ਹੈ, ਜੋ ਸੰਜੇ ਨੇ ਕੋਸ਼ਿਸ਼ ਕੀਤੀ ਹੈ ਕਿ ਮੈਲਬਨ 'ਚ ਬੈਠ ਕੇ ਤੁਸੀਂ ਪੰਜਾਬ ਦੇ ਵਿੱਚ ਆਨਲਾਈਨ ਪੰਜਾਬੀ ਪੜ੍ਹਨੀ ਤੇ ਪੜ੍ਹਾਉਣੀ। ਔਰ ਉਹਦੇ ਲਈ ਬਹੁਤ ਸਾਰੇ ਆਫਕੋਰਸ ਚੈਲੰਜਸ ਹੋਣਗੇ ਤੇ ਉਹਨਾਂ ਨੂੰ ਇੱਕ ਪੋਜ਼ਿਟਿਵ ਜਿਹੜੀ ਉਹ ਬਿਹੇਵੀਅਰ ਬੱਚੇ 'ਚ ਨਜ਼ਰ ਆਉਂਦੀ ਹੈ। ਮੈਂ ਸਮਝਦਾ ਕਿ ਜਿਉਂਦੀ ਜਾਗਦੀ ਮਿਸਾਲ ਆ। ਅੰਗਦ ਸਿੰਘ ਜਿਸ ਤਰ੍ਹਾਂ ਆਪਣੇ ਵੀਡੀਓਜ਼ ਬਣਾਉਂਦਾ, ਜਿਸ ਤਰ੍ਹਾਂ ਦੀ ਹੈਲਪ ਕਰਦਾ ਆ, ਉਹ ਵੀ ਸਾਡੇ ਲਈ ਇੱਕ ਆਪਣੇ ਆਪ 'ਚ ਆਸਟ੍ਰੇਲੀਅਨ ਪੰਜਾਬੀ ਲਈ ਮਿਸਾਲ ਆ। ਤੇ ਕਿਰਨ ਜੀ, ਜਿਵੇਂ ਤੁਸੀਂ ਆਪਣੇ ਰਿਸੋਰਸ ਦੀ ਗੱਲ ਕੀਤੀ, ਮੈਂ ਸਮਝਦਾ ਇਸ ਤੋਂ ਬਾਅਦ ਵੀ ਸਾਡੀ ਕੁਝ ਗੱਲਬਾਤ ਹੋਣੀ ਹੈ। ਇਸੇ ਮੁੱਦੇ ਨੂੰ ਅਸੀਂ ਇੱਕ ਵੱਖਰੇ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰਾਂਗੇ, ਜਿੱਥੇ ਇੱਕ ਲੈਂਗੁਏਜ ਟੀਚਰ ਤੇ ਇੱਕ ਪੇਰੈਂਟ ਜਿਹੜੇ ਕਿ ਨਾਨ ਇੰਗਲਿਸ਼ ਕਮਿਊਨਿਟੀਜ਼ ਦੇ ਵਿੱਚ ਕਿਵੇਂ ਉਹਨਾਂ ਦੇ ਬੱਚਿਆਂ ਦਾ ਪ੍ਰਭਾਵ ਉੱਤੇ ਵੀ ਗੱਲ ਕਰਾਂਗੇ। ਥੈਂਕ ਯੂ ਵੈਰੀ ਮਚ, ਤੁਸੀਂ ਟਾਈਮ ਦਿੱਤਾ। ਤੇ ਜਾਂਦੇ ਜਾਂਦੇ ਜੇ ਕੋਈ ਗੱਲ ਹੋਰ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ। ਹਾਂਜੀ, ਮੈਂ ਜਾਂਦੇ ਸੀ ਕਹਿ ਦਿੰਦੇ ਜੀ ਗੱਲ ਇੱਕ। ਮੈਂ ਤਾਂ ਇਹ ਕਹੂੰਗਾ ਜੀ, ਭਾਵੇਂ ਤੁਸੀਂ ਛੋਟੀ ਜਿਹੀ ਕੋਸ਼ਿਸ਼ ਕਰੋ, ਭਾਵੇਂ ਜਿੱਦਾਂ ਸੰਜੇ ਭਾਜੀ ਨੇ ਇੰਡੀਆ ਬੈਠੇ ਨਾ ਕਿਸੇ ਨੂੰ ਕੰਮ ਤੇ ਲਾਇਆ, ਉਹਨਾਂ ਦਾ ਵੀ ਫਾਇਦਾ ਹੋ ਰਿਹਾ ਤੇ ਇੱਧਰ ਬੱਚੇ ਦਾ ਵੀ ਫਾਇਦਾ ਹੋ ਰਿਹਾ। ਭਾਵੇਂ ਤੁਸੀਂ ਊੜਾ ਆੜਾ ਦਿਨ ਦੇ 2 ਹੀ ਅੱਖਰ ਪੜ੍ਹਾਉਂਦੇ ਨਾ, ਉਹ ਵੀ ਬਹੁਤ ਹੁੰਦੇ ਆ ਜੀ। ਕਿਉਂਕਿ ਜੇ ਇੱਕ ਅੱਖਰ ਵੀ ਪੈਂਦਾ ਜੀ ਇਹਨਾਂ ਦੇ ਦਿਮਾਗ 'ਚ, ਜਿੱਦਾਂ ਇਟਾਲੀਅਨ ਸਿੱਖਦੇ, ਹੁਣ ਇਹਦਾ ਵੀ ਇਟਾਲੀਅਨ ਇਹ ਵੀ ਸਿੱਖਦਾ, ਤੇ ਇਹਨੇ ਆ ਕੇ ਨਾ ਸਾਡੇ ਨਾਲ ਬੇਤਰੇ ਜੋ ਵੀ ਹੁੰਦਾ ਇਹਨਾਂ ਕਰੀ ਜਾਂਦੇ ਸੀ। ਤੇ ਮੈਨੂੰ ਲੱਗਦਾ ਸੀ ਕਿ ਨਹੀਂ ਯਾਰ, ਜੇ ਇਹ ਇਟਾਲੀਅਨ ਸਿੱਖ ਸਕਦੇ ਆ
ਰੋਜ਼ ਸਕੂਲ ਜਾਂਦੇ। ਮੈਂ ਇਹਨੂੰ ਪੁੱਛਿਆ ਸੀ ਸਕੂਲ 'ਚ ਕਿੰਨੇ ਤੈਨੂੰ ਦੇਰ ਪੜ੍ਹਾਉਂਦੇ ਆ, ਕਹਿੰਦਾ ਮੈਨੂੰ ਸਿਰਫ ਘੰਟੇ ਦੀ ਕਲਾਸ ਹੁੰਦੀ ਹੈ ਜਾਂ ਕੁਛ ਹੈ ਨਾ। ਤੇ ਫਿਰ ਉਹ 1 ਘੰਟੇ ਦੇ ਵਿੱਚ ਜੇ ਇੰਨਾ ਫਰਕ ਪੈ ਸਕਦਾ ਤੇ ਫਿਰ ਮੈਨੂੰ ਲੱਗਿਆ ਕਿ ਨਹੀਂ, ਕਿਉਂਕਿ ਪਹਿਲਾਂ ਮੈਂ ਵੀ ਇਗਨੋਰ ਮਾਰਦਾ ਸੀਗਾ ਸੱਚ। ਮੈਂ ਜਿੱਦਾਂ ਮੈਂ ਥੀਏਟਰ ਜੁਆਇਨ ਕੀਤਾ ਜੀ, ਮੈਨੂੰ ਉਸ ਤੋਂ ਬਾਅਦ ਮੇਰਾ ਵੀ ਮੋਹ ਵਧਿਆ ਫਿਰ ਦੁਬਾਰਾ ਪੰਜਾਬੀ ਵੱਲ ਨੂੰ। ਉਸ ਤੋਂ ਪਹਿਲਾਂ ਮੈਂ ਵੀ ਥੋੜਾ ਹੁੰਦਾ ਨਹੀਂ ਇੱਧਰ ਦੇ ਰੰਗਾਂ 'ਚ ਘੁਲ ਮਿਲ ਜਾਣੀ, ਤੇ ਮੈਂ ਵੀ ਉਦਾਂ ਦਾ ਹੀ ਸੀਗਾ। ਤੇ ਹੁਣ ਥੋੜਾ ਜਿਹਾ ਇਹਦੇ ਕਰਕੇ ਮੈਨੂੰ ਵੀ ਫਰਕ ਪਿਆ ਤੇ ਮੇਰੇ ਕਰਕੇ ਇਹਨੂੰ ਵੀ ਫਰਕ ਪੈ ਰਿਹਾ, ਕਿਉਂਕਿ ਅਸੀਂ ਉਨਾ ਹੀ ਐਫਰਟ ਲਾਈਦਾ ਹੁਣ। ਹਾਂਜੀ, ਬਹੁਤ ਅੱਛੇ ਜੀ। ਅਸੀਂ ਹਾਂਜੀ ਕਿਰਨ। ਹਾਂਜੀ, ਬਸ ਮੈਂ ਇਹ ਕਹਿਣਾ ਚਾਹੂੰਗੀ ਕਿ ਸਨੀ ਭਾਜੀ ਔਰ ਸੰਜੇ ਜੀ ਜੋ ਕਰ ਰਹੇ ਨੇ ਬਹੁਤ ਵਧੀਆ ਇਹ ਕਰ ਰਹੇ ਨੇ। ਸੋ ਸਾਡੇ ਜਿਵੇਂ ਅੰਗਦ ਦੀ ਐਗਜ਼ਾਮਪਲ ਬਹੁਤ ਵਧੀਆ ਐਗਜ਼ਾਮਪਲ ਹੈ, ਸੰਜੇ ਜੀ ਨੇ ਆਪਣੇ ਬੇਟੇ ਲਈ ਕੀਤਾ, ਬਹੁਤ ਵਧੀਆ ਐਗਜ਼ਾਮਪਲ ਹੈ। ਤਾਂ ਮੈਨੂੰ ਲੱਗਦਾ ਕਿ ਜੇ ਸ਼ਾਇਦ ਮਾਪੇ ਚਾਹੁਣ, ਪੇਰੈਂਟਸ ਚਾਹੁਣ ਤਾਂ ਇਹ ਪੋਸੀਬਲ ਹੈ, ਕਿਉਂਕਿ ਪਹਿਲਾ ਟੀਚਰ ਤਾਂ ਪੇਰੈਂਟ ਹੀ ਹੁੰਦਾ ਨਾ ਸਾਡਾ, ਜਿਹੜਾ ਪਹਿਲਾ ਜੋ ਮਾਪੇ ਹੀ ਹੈ, ਜੇ ਉਹ ਘਰ ਤੋਂ ਸ਼ੁਰੂਆਤ ਕਰ ਦੇਣ ਤਾਂ ਮੈਨੂੰ ਲੱਗਦਾ ਇਹ ਅਸੰਭਵ ਨਹੀਂ ਹੈਗਾ। ਤੇ ਆਉਣ ਵਾਲੇ ਟਾਈਮ ਵਿੱਚ ਜਿਵੇਂ ਹੁਣ ਪੰਜਾਬੀ ਹਰ ਪਾਸੇ ਪਸਰ ਗਏ ਨੇ, ਕਿਤੇ ਮਤਲਬ ਇਹੋ ਜਿਹੀ ਗੱਲ ਨਹੀਂ ਹੈਗੀ। ਅਸੀਂ ਜਿੱਥੇ ਵੀ ਹੁਣ ਜਾਈਏ ਸਾਨੂੰ ਮਾਹੌਲ ਲੱਗਦਾ ਨਹੀਂ ਕਿ ਅਸੀਂ ਪੰਜਾਬ ਤੋਂ ਬਾਹਰ ਆ। ਜੇ ਅਸੀਂ ਜਿਵੇਂ ਹੁਣੇ ਅਸੀਂ ਕਰੰਟਲੀ ਮਤਲਬ ਰੀਸੈਂਟਲੀ ਅਸੀਂ ਮੇਲਾ ਅਟੈਂਡ ਕੀਤਾ, ਜਾਂ ਅਸੀਂ ਕਿਤੇ ਹੋਰ ਵੀ ਇੰਨੇ ਇਵੈਂਟ ਸਾਡੇ ਆਸੇ ਪਾਸੇ ਹੁੰਦੇ ਰਹਿੰਦੇ ਆ, ਤਾਂ ਲੱਗਦਾ ਨਹੀਂ ਹੈ। ਬਟ ਹਾਂ, ਜੇ ਸ਼ੁਰੂਆਤ ਮਾਪੇ ਕਰ ਦੇਣਗੇ ਤਾਂ ਬਾਕੀ ਗੱਲ ਉੱਥੇ ਰਹੀ ਰਿਸੋਰਸਿਸ ਤੋਂ ਹਜੇ ਗੱਲ ਕਰ ਰਹੇ ਹਾਂ, ਤਾਂ ਆਉਣ ਵਾਲੇ ਟਾਈਮ ਵਿੱਚ ਇਹ ਵੀ ਕੋਈ ਇੰਪੋਸੀਬਲ ਗੱਲ ਨਹੀਂ ਹੈਗੀ। ਰਿਸੋਰਸਿਸ ਵੀ ਜੇ ਅਸੀਂ ਇੰਨਾ ਕੁਛ ਕਰ ਰਹੇ ਹਾਂ, ਜਦੋਂ ਅਸੀਂ ਆਪਣੀ ਮਾਂ ਬੋਲੀ ਨੂੰ ਲੈ ਕੇ ਗੱਲ ਕਰਦੇ ਹਾਂ, ਅਸੀਂ ਥੀਏਟਰ ਵਿੱਚ ਗੱਲ ਕਰਦੇ ਹਾਂ, ਅਸੀਂ ਉਹਨਾਂ ਮੇਲਿਆਂ 'ਚ ਉੱਥੇ ਈਵੈਂਟਸ ਵਿੱਚ ਜਾ ਕੇ ਜਦੋਂ ਗੱਲ ਕਰਦੇ ਹਾਂ ਪੰਜਾਬੀ ਕਿਤੇ ਨਹੀਂ ਜਾਣ ਵਾਲੀ। ਪੰਜਾਬੀ ਹਮੇਸ਼ਾ ਜਿਉਂਦੀ ਰਹਿਣੀ ਹੈ, ਜਿੰਨਾ ਚਿਰ ਅਸੀਂ ਜਿਹੜੇ ਕਲਾਕਾਰ ਹਾਂ, ਅਸੀਂ ਸੰਗੀਤਕਾਰ, ਜਿਹੜੇ ਕਵੀ ਬੈਠੇ ਨੇ ਲੋਕ, ਕਦੇ ਪੰਜਾਬੀ ਕਿਤੇ ਨਹੀਂ ਜਾਣ ਵਾਲੀ। ਪਰ ਹਾਂ, ਜੇ ਅਸੀਂ ਬੱਚਿਆਂ ਦੀ ਗੱਲ ਕਰੀਏ, ਸਾਡੀ ਆਉਣ ਵਾਲੇ ਵਾਰਸਾਂ ਦੀ ਪੀੜ੍ਹੀ ਦੀ ਗੱਲ ਕਰੀਏ ਕਿ ਉਹਨਾਂ ਨੂੰ ਕਿਵੇਂ ਜੋੜਨਾ, ਤਾਂ ਕਹਿੰਦੇ ਆਪਣੇ ਵਾਰਸਾਂ ਨੂੰ ਜਿੰਨਾ ਚਿਰ ਅਸੀਂ ਜੋੜ ਕੇ ਨਹੀਂ ਰੱਖਦੇ, ਜਿੰਨਾ ਚਿਰ ਅਸੀਂ ਸ਼ੁਰੂਆਤ ਨਹੀਂ ਕਰਦੇ, ਤਾਂ ਸ਼ਾਇਦ ਇਹ ਨਹੀਂ ਹੋਣਾ। ਤਾਂ ਫਿਰ ਮਾਪੇ ਹੀ ਸਾਡੇ ਪਹਿਲੇ ਟੀਚਰ ਨੇ। ਜੇ ਅਸੀਂ ਲੋਕ ਸ਼ਾਇਦ ਕੋਸ਼ਿਸ਼ ਕਰੀਏ ਤਾਂ ਸਾਡੇ ਬੱਚੇ ਸਾਡੀ ਪੰਜਾਬੀ ਭਾਸ਼ਾ ਦੇ ਨਾਲ ਜ਼ਰੂਰ ਜੁੜੇ ਰਹਿਣ। ਥੈਂਕ ਯੂ। ਠੀਕ ਹੈ ਜੀ, ਬਹੁਤ ਵਧੀਆ ਜੀ, ਥੈਂਕ ਯੂ ਵੈਰੀ ਮਚ। ਜਿਹੜੇ ਦਰਸ਼ਕਾਂ ਨੇ ਸਾਨੂੰ ਕਮੈਂਟ ਕੀਤੇ, ਕੁਝ ਤੇ ਮੈਨੂੰ ਮੈਸੇਜ ਵੀ ਆਏ ਨੇ, ਸੋ ਉਹਨਾਂ ਦਾ ਵੀ ਧੰਨਵਾਦ। ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਤੁਹਾਡੇ ਸਵਾਲ ਹੋਣ ਤੇ ਅਸੀਂ ਸਵਾਲ ਲੈਂਦੇ ਰਵਾਂਗੇ। ਸਨੀ, ਸੰਜੇ, ਕਿਰਨ ਜੀ, ਮੇਰੀ ਛੋਟੀ ਜੀ ਜਾਂ ਬਹੁਤ ਘੱਟ ਟਾਈਮ ਦੀ ਰਿਕੁਐਸਟ ਤੇ ਤੁਸੀਂ ਹਾਜ਼ਰ ਹੋਏ, ਇਸ ਗੱਲੋਂ ਮੈਂ ਤੁਹਾਡਾ ਬਹੁਤ ਰਿਣੀ ਹਾਂ। ਥੈਂਕ ਯੂ ਵੈਰੀ ਮਚ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ।